ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਤ ਬਾਬਾ ਬਲਵੰਤ ਸਿੰਘ ਜੀ ਸਿਰਸਰ ਸਿਹੌੜਾ ਸਾਹਿਬ ਜੀ ਦਾ 1995 ਦਾ ਮਲੌ ਦਾ ਦੀਵਾਨ ਸਰਵਣ ਕਰੋ ਜੀ। ਰਾਜੇ ਸਾਜਨ ਰਾਜੇ ਜਿਉ ਬਿੰਦ ਦੇ ਪ੍ਰਾਨ, ਦੁਨਿਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨ। ਤੁਮ ਕਰੋ ਭਲਾ ਹਮ ਭਲਾ ਸਦਾ ਸਦਾ ਦਇਆਲਾ। मैं मूर्ख ना जाना सतगुर भला करे, मैं मूर्ख की जाना सतगुर भला करे। मैं मूर्ख ना जाना सतगुर भला करे,
तुम करो भला हम भला न जान तुम सदा तुम शरणाई पुरख मुराद तुम राखो अपने बाल अटल सुल्तान जी जंत सब जात कहो नानक हाथी है रख संतन के काज मैं मूर्ख ना जाना सतगुर भला करे मैं मूर्ख ना जाना सतगुर भला करे हम भलो ना जाने सर्व साध संगत अज दूसरा दिन इस कस्बे के नाल नाम भी सुन ले ने पर यह चिंते खेड़ बनी गुरु नानक साहब जी के कल अमृत आनंद जीवन विच जो सानू संसार नू तार गए ने असी जीव की जान सकते हैं कल की लड़ी दे नाल एक जीवन का आनंद साडे भले वास्ते की संसार के भले वास्ते जगत गुरु नानक साहब जी ने अवतार धारण किया उन्होंने कीते हुए परम पवित्र परोपकार याद कर करके सानू धीरज मिलती है राह मिलता है कि इस रास्ते ते जो भी कोई चलूगा मैं मूर्ख की केत को बात है कोटपुरा दी तरिया और गुरु नानक जिन सुनिया देखिया से फिर गर्भास ना परे हो रहे जिन्हें दर्शन भी कर ले और अमृत बाणी दे जस नाम बाणी द्वारा जस सुन भी लिया गुरु नानक नाम सुन भी लिया ये गर्भ चक्कर चो बच जाएगा उन्होंने मुड़ के आवागमन नहीं ऐसा गुरु बाबा जी का नाम प्रताप वाला है हजूर दे उच्चे सुच्चे जीवन विच कितनियां दे भले हुए हैं लो ऐसे बाबा जी जगत का उद्धार करते देश देशांतरा में रटन करते एक गांव पिंड नगर ऐसा आ गया बाहर एकांत डेरा ला लिया हुण ऐसा प्यार विच और वो लोग कहते तो सत्थ है साडे पिंड की सांझी सत्थां आम सांझियां होंदियां उन्होंने लोगों ने इट्टां बट्टे पत्थर मारने शुरू कर दिते सारियां ती भुल ऐसी पई हुई है जो कोई आउंदा है बस कोई ज्ञान नहीं कोई सोझी नहीं तुसी क्यों आ गए क्यों बैठे हो एक गुरु दो चेला इट्टां बट्टे मारने शुरू कर दिते बाबा जी ने प्यार विच भाई मरदाने वाले नूं इशारा किया आओ इथों चलीए तुरदे तुरदे बाबा जी कहते हैं अच्छा भाई क्योंकि सतगुर सबना दा भला मनाएगा उत्थे द्वैश नहीं कोई इसका बुरा क्यों होए गुरु नानक साहब का बुरा कोई नहीं कर सकता अगर कोई बुरा चितवदा है बुराई ते तुरदा है उस रास्ते ते जे को उसका बुरा करे कोई पापी तो इस जम कंकर खा ही जियो उन्होंने जम कंकर किहड़े ने जमां दे सेवक जिवें एक पौलीस है
ਆਈਜੀਆਂ ਤੱਕ ਡੀਆਈਜੀ ਧਰਮਰਾਜ ਰੂਪ ਜੱਜ ਭੇਜਦੇ, ਕੰਕਰ ਸਿਪਾਹੀਆਂ ਤੱਕ ਆ ਜਾਂਦੇ। ਜਮ ਕੰਕਰਾਂ ਨੂੰ ਆਖ ਛੱਡਿਆ। ਐਸੇ ਬਹੁਤ ਗੁਰੂ ਦੇ ਬਾਣੀ ਨਾਲ ਪ੍ਰਮਾਣ ਸਾਨੂੰ ਮਿਲਦੇ ਨੇ ਵੀ ਜਮ ਕੰਕਰ ਉਹਨਾਂ ਨੂੰ ਰਸਤੇ 'ਚ ਖਾ ਜਾਣਗੇ ਜੋ ਕੋਈ ਗੁਰੂ ਜੀ ਦਾ ਬੁਰਾ ਕਰਨ ਵਾਸਤੇ ਤੁਰੂ। ਪਿਰਥੀਆ ਰਸਤੇ 'ਚ ਰਹਿ ਗਿਆ ਸੀ, ਦੇਖਿਆ ਸੁਲਹੀ ਖਾਂ ਭੱਠੇ 'ਚ ਜਲ ਗਿਆ, ਨਾਪਾਕ ਹੋ ਕੇ ਮਰ ਗਿਆ, ਪਹੁੰਚ ਨਹੀਂ ਸਕੇ। ਸੁਲਹੀ ਖਾਂ ਦੁੱਖ। ਕੋਈ ਉਸ ਮਾਰਗ ਤੇ ਬੁਰਾਈ ਵਾਸਤੇ ਤੁਰਦਾ ਹੈ, ਉਹ ਰਸਤੇ 'ਚ ਹੀ ਰਹਿ ਜਾਂਦਾ, ਸਿਰੇ ਨਹੀਂ ਚੜ੍ਹ ਸਕਦਾ। ਜਮ ਕੰਕਰ। ਪਰ ਬਾਬਾ ਜੀ ਨੇ ਐਸਾ ਸ਼ਬਦ ਫਿਰ ਵੀ ਬੋਲਿਆ, ਅੱਛਾ ਭਾਈ, ਪਰਮੇਸ਼ਰ ਪਰਮਾਤਮਾ ਸਤਿਗੁਰੂ ਪਰਮਾਤਮਾ ਦੇ ਤੁਹਾਡਾ ਭਲਾ ਹੀ ਕਰੇ, ਇੱਥੇ ਹੀ ਵਸੋ ਤੁਸੀਂ, ਬਸ ਇਹ ਨਹੀਂ ਕਿ ਉੱਜੜ ਜਾਓ ਮਰ ਜਾਓ, ਨਹੀਂ। ਤੁਹਾਨੂੰ ਸਤਿਗੁਰੂ ਉਹ ਸੱਚਖੰਡ ਦਾ ਮਾਲਕ ਨਿਰੰਕਾਰ ਪਰਮਾਤਮਾ ਦੇ ਇੱਥੇ ਹੀ ਰੱਖੇ, ਇੱਥੇ ਤੁਰ ਪਏ। ਅਗਲਾ ਨਗਰ ਆ ਗਿਆ, ਉੱਥੇ ਚਰਨ ਪਾਉਣ ਦੀ ਦੇਰ ਹੈ। ਕੋਈ ਵੀ ਦਰਸ਼ਨ ਕਰਦਾ, ਜਿਸ ਨੂੰ ਵੀ ਦਰਸ਼ਨ ਹੋ ਗਏ ਉਹੀ ਚਰਨਾਂ ਤੇ ਟਹਿ ਪੈਂਦਾ। ਇੰਨਾ ਹੀ ਫਰਕ ਹੈ ਬਸ। ਇਹ ਕਾਰਨ ਕੀ ਸੀ? ਇੱਕ ਉਰਦੂ ਦੇ ਸਿਆਣੇ ਪੁਰਸ਼ ਦਾ ਬਚਨ ਹੈ, ਸਤਪੁਰਸ਼ ਹੋਏ ਸ਼ੇਖ ਸ਼ਾਦੀ ਦਾ ਰੂਪ। ਕਿਆ ਬਈ ਗਾਇਨ ਕਹਿੰਦੀ ਐਨ ਨੂੰ, ਉਰਦੂ ਇੱਥੇ ਬਹੁਤ ਸੱਜਣ ਪੜ੍ਹੇ ਬੈਠੇ ਨੇ। ਗਾਇਨ ਕਹਿੰਦੀ ਐਨ ਨੂੰ, ਤੂੰ ਕਿਉਂ ਹੋ ਗਈ ਐਨ? ਜਵਾਬ ਮਿਲਿਆ, ਦੂਈ ਦਾ ਨੁਕਤਾ ਚੁੱਕਦੇ ਤੂੰ ਵੀ ਐਨ ਦੀ ਐਨ। ਸਾਡੇ ਅੰਦਰ ਨੁਕਤੇ ਪਏ ਨੇ, ਦੁਆਇਸ਼ਾਂ ਪਈਆਂ ਹੋਈਆਂ ਨੇ, ਈਰਖਾ ਅਗਨੀ ਤੂੰ ਮੈਂ ਪਿਆ ਹੋਇਆ, ਐਨ ਵੜਨਾ ਬੜਾ ਔਖਾ। ਤੋ ਇਸੇ ਆਨੰਦ ਵਿੱਚ, ਇਸੇ ਜੀਵਨ ਨੂੰ ਭਲਾਈ ਔਰ ਬੁਰਾਈ, ਮੂਰਖ ਸਿਆਣਾ ਏਕ ਹੈ, ਨੌ ਲੈਦੇ ਏਕ ਜੋਤ ਦੋਏ ਨੌ। ਜੋਤ ਦੋਨਾਂ 'ਚ ਇੱਕ ਦੀ ਹੈ, ਮੂਰਖ ਵਿੱਚ ਵੀ ਔਰ ਚਾਤਰ ਸਿਆਣਿਆਂ ਵਿੱਚ ਵੀ, ਪੜ੍ਹਿਆਂ ਅਨਪੜ੍ਹਿਆਂ 'ਚ, ਗਿਆਨਵਾਨਾਂ ਤੇ ਅਗਿਆਨੀਆਂ ਵਿੱਚ। ਪਰ ਫਰਕ ਕੀ ਪੈ ਗਿਆ? ਜੋਤ ਉਹੀ ਹੈ, ਇੱਕ ਸਮਝਦਾ ਇੱਕ ਨਹੀਂ ਸਮਝਦਾ। ਇਹ ਭੁੱਲ ਪਈ ਹੈ। ਜਿਨ੍ਹਾਂ ਦੀ ਭੁੱਲ ਪਰਮੇਸ਼ਰ ਨੇ ਦੂਰ ਕੀਤੀ ਹੈ, ਉਹ ਸਮਝਦੇ ਨੇ, ਜਾਣਦੇ। ਇਹ ਕੌਣ ਜੋਤ ਹੈ? ਬੱਚਿਆਂ ਤੋਂ ਗੱਭਰੂ, ਜਵਾਨ, ਮਾਈ, ਭਾਈ, ਬਜ਼ੁਰਗ ਔਰ ਹਰ ਇੱਕ ਦੇ ਹੱਥ ਵਿੱਚ ਕੋਈ ਭੇਟ ਹੈ। ਆਤਮ ਬੁੱਧ ਸਾਰੇ
आप मुकुट मोहे सारे जी ऐसे गुरा तो बल ऐसे गुर को ਉਹਨਾਂ ਦੇ ਅੰਦਰ ਸ਼ਰਧਾ ਭਾਵਨਾ ਇੰਨੀ ਬਣੀ ਹੈ, ਰੱਬ ਸਮਝ ਕੇ ਖਿੱਚ ਹੀ ਮਹਾਰਾਜੇ ਨੇ ਉਹਨਾਂ ਦੇ ਅੰਦਰ ਐਸੀ ਪਾ ਦਿੱਤੀ ਜਿਸ ਦਾ ਅੰਦਾਜ਼ਾ ਆਪ ਹੀ ਲਾ ਰਹੇ ਹੋ। ਬੱਚਿਆਂ ਨੂੰ ਕੌਣ ਪੜ੍ਹਾਉਣ ਗਿਆ ਵੀ ਇਹ ਗੁਰੂ ਨਾਨਕ ਹੈ? ਉਹ ਪਹਿਲਾ ਪਿੰਡ ਕਿਹੜਾ ਸੀ? ਔਰ ਐਸੇ ਪਿੰਡ ਵਿੱਚ ਆ ਕੇ ਹਵਾ ਬਦਲ ਗਈ। ਇੰਨਾ ਵਾਤਾਵਰਣ ਔਰ ਹਰ ਇੱਕ ਦੇ ਹਿਰਦੇ 'ਚ ਸ਼ਰਧਾ, ਰੱਬ ਸਮਝਣ ਵਾਲੀ। ਸਵਾ ਕੇ ਨਮਸਕਾਰ। ਇਤਨੀ ਸੰਗਤ ਕੋਈ ਨਗਰ ਨਿਵਾਸੀ ਬਸ ਰਿਹਾ ਨਹੀਂ। ਇੱਥੇ ਤੱਕ ਹੈ ਇਹ ਸੂਰਜ ਪ੍ਰਕਾਸ਼ ਦੀਆਂ ਕਥਾ ਦੇ ਨਿਚੋੜ ਨੇ ਜੋ ਸੱਜਣ ਕਥਾ ਸੁਣਦੇ ਕਰਦੇ ਨੇ ਵਿਦਵਾਨ, ਔਰ ਹੋਰ ਇਸਤਰੀਆਂ ਵਿੱਚ ਵੀ। ਵਾਰਤਕ ਵੀ ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਚੂੜਾਮਣ ਦੇ ਕਾਵਿ ਰਸ ਵਿੱਚੋਂ ਨਿਚੋੜ ਮੈਂ ਬੋਲ ਰਿਹਾ। ਕਥਾ ਦਾ ਹੋਰ ਰਸ ਉਹ ਇੱਕ ਲੜੀ ਚੱਲਿਆ ਚੱਲ ਰਿਹਾ। तो आनंद ऐसा वरत्या, ढेर लागे, मरदाने हैरान हो गए। ऐ ढेर लग गया वस्तुओं का। इत्थे तक भी लिखिया मरदाना हैरान हो गया बाबा जी ये खेल भी इन्ने ढेर लगे ने, मरदाना बैठा नहीं नजर आता। बड़ी खुश सोदार का टाइम हो गया। हजूर ने बड़े प्यार नाल कीर्तन शाम का कीता। सोदार जिथे भी जाते सी ਤਾਂ ਕੀਰਤਨ ਉਹਨਾਂ ਦਾ ਇੱਕ ਸੰਸਾਰ ਵਿੱਚ ਸਭ ਤੋਂ ਵੱਡੀ ਅਮੋਲਕ ਵਸਤੂ ਸੀ। ਇਸ ਨੂੰ ਵਰਤਾਇਆ। ਰਾਤੀ ਵੀ ਕਿਸੇ ਨੂੰ ਚੈਨ ਨਾ ਆਈ, ਐਸਾ ਆਨੰਦ ਵਰਤਿਆ। ਸਭ ਨੇ ਖੁਸ਼ੀਆਂ ਮਾਣੀ। ਉਪਰੰਤ ਅੰਮ੍ਰਿਤ ਵੇਲੇ ਹਜ਼ੂਰ ਨੇ ਫਿਰ ਇਸ਼ਨਾਨ ਕਰਕੇ ਆਪਣਾ ਨਿਤਨੇਮ ਜੋ ਚੱਲਦਾ ਉਹਦੇ ਅਨੁਸਾਰ ਫਿਰ ਆਸਾ ਦੀ ਵਾਰ ਸ਼ੁਰੂ ਕੀਤੀ। ਬਿਨਾ ਕੀਰਤਨ, ਮਿੱਠਾ ਕੀਰਤਨ ਜੋ ਆਪ ਦੀ ਰਚਨਾ ਹੈ, ਉਹ ਸਾਰੀਆਂ ਸੰਗਤਾਂ ਜਿੱਥੇ ਸੇਵਕ ਧੰਨ ਧੰਨ ਕਰਦੇ ਸਨ, ਹਜ਼ੂਰ ਨੇ ਵੀ ਉਸ ਪਰਮੇਸ਼ਰ ਦਾ ਜਸ ਕੀਤਾ। ਉਹਨਾਂ ਸੰਗਤਾਂ ਨੇ ਆਨੰਦ ਮਾਣਿਆ। ਭਾਵ ਸ਼ਰਧਾ ਹੋਰ ਵੱਜੀ। ਬਲਿਹਾਰੀ ਬਲਿਹਾਰ ਗੁਰਾਂ ਤੋਂ ਮਰਦਾਨਾ ਮਿੱਠੀ ਮਿੱਠੀ ਰਬਾਬ ਵਜਾਉਂਦਾ ਹੈ। ਐਸਾ ਆਨੰਦ ਬਲਿਹਾਰੀ ਬਲਿਹਾਰ ਗੁਰਾਂ ਤੋਂ, ਬਲਿਹਾਰੀ ਬਲਿਹਾਰੀ ਬਲਿਹਾਰ ਗੁਰਾਂ ਤੋਂ, ਬਲਿਹਾਰੀ ਬਲਿਹਾਰੀ ਬਲਿਹਾਰ ਗੁਰਾਂ ਤੋਂ ਸਾਧਵਾਰੀ। ਬਲਿਹਾਰੀ ਗੁਰ ਆਪਣੇ ਮਿੱਠੇ ਕੀਰਤਨ ਦਾ ਆਨੰਦ ਸੰਗਤਾਂ ਮਾਣਦੀਆਂ। ਬਿਸਮਾ ਕਿਆ ਸੱਚੇ ਤੇਰੇ ਖੰਡ ਬਿਸਮਾਦ ਨਾਥ। ਹਜ਼ੂਰ ਦਾ ਐਸਾ ਕੀਰਤਨ, ਗੱਲ ਕੀ ਅੰਮ੍ਰਿਤ ਵੇਲਾ ਇਸੇ ਹੀ ਰੰਗਣ ਵਿੱਚ ਪਾ ਫੁੱਟਣ ਲੱਗੀ। ਨਿਰੋਲ ਅੰਮ੍ਰਿਤ ਦਾਤ ਵਰਤਾ ਕੇ ਸਤਿਗੁਰੂ ਦੇ ਉੱਥੋਂ ਕਿਤਨੀਆਂ ਵਸਤੂਆਂ ਪਈਆਂ, ਇਹਨਾਂ ਨੂੰ ਲੁਟਾ ਦਿਓ, ਵਰਤਾ ਦਿਓ। ਮਰਦਾਨੇ ਦੇ ਮਨ ਵਿੱਚ ਆਉਂਦੀ ਹੈ ਔਰ ਬੜੇ ਤਰੰਗ ਉੱਠਦੇ ਨੇ, ਵਰਤਾ ਰਹੇ ਨੇ। ਸੇਵਕ ਮਹਾਰਾਜ ਤਾਂ ਆਪ ਵਾਸਤੇ ਨੇ। ਮਰਦਾਨਾ ਕਹਿੰਦਾ ਮਹਾਰਾਜ ਨਾਲੇ ਲੈ ਚੱਲਦੇ ਹਾਂ। ਐਸੀ ਸਾਖੀ ਆਉਂਦੀ ਹੈ। ਕਹਿੰਦੇ ਮਰਦਾਨਿਆਂ ਨੇ
ਜਿਹੜੇ ਰੱਬ ਦੀ ਬੰਦਗੀ ਵਾਲੇ ਨੇ ਉਹਨਾਂ ਨੇ ਕੀ ਲੈਣਾ ਇਹਨਾਂ ਵਸਤੂਆਂ ਤੋਂ। ਉਹ ਤਾਂ ਇੱਕੋ ਹੀ ਵਸਤੂ ਉਹਨਾਂ ਕੋਲ ਨਾਮ ਚਾਹੀਦਾ। ਇਹੀ ਦੌਲਤ, ਇਹੀ ਖਜ਼ਾਨਾ ਹੈ। ਨਾਮ ਤਨ ਜਿਸ ਜਨ ਕੈ ਪਾਲੈ, ਕਿ ਜਿਸਦਾ ਹੈ ਸੋਈ ਪੂਰਾ ਸ਼ਾਹ। ਸੱਚਾ ਸ਼ਾਹ ਹੈ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਧਨ ਹੈ। ਕੱਲ ਆਪ ਜੀ ਨੇ ਸੰਤ ਮਹਾਰਾਜ ਦੇ ਜੀਵਨ ਦੀਆਂ ਝਲਕਾਂ ਦਾ 20ਵੀਂ ਸਦੀ ਦੇ ਅਵਤਾਰ ਸੰਤ ਬਾਬਾ ਅਤਰ ਸਿੰਘ ਮਹਾਰਾਜ ਦਾ ਬਈ ਨਾਮ ਹੀ ਇੱਕੋ ਹੀ ਸ਼ਬਦ ਪੜਿਆ। ਜਿਹਦੇ ਕੋਲ ਨਾਮ ਧਨ ਹੈ ਉਹ ਸੰਸਾਰ ਨੂੰ ਜਿੱਤ ਲੈਂਦਾ। ਉਹ ਰਾਜਾ ਸਗਲੀ ਸ੍ਰਿਸ਼ਟ ਕਾ, ਇੱਥੇ ਤੱਕ ਜਿੱਤਣਾ ਵੀ ਮਨ ਜੀਤੈ ਜਗ ਜੀਤੇ। ਮਨ ਜੀਤੇ ਜਗ ਜੀਤਿਆ, ਜਾਂ ਤੇ ਵਿਖਿਆ ਤੇ ਭਇਆ ਉਦਾਸ। ਐ ਸੰਸਾਰ ਦੇ ਪਦਾਰਥਾਂ ਤੋਂ ਜਿਹੜਾ ਉਦਾਸ ਉਪਰਾਮ ਹੋ ਗਿਆ, ਇਹਨੂੰ ਛੱਡ ਕੇ ਜੈ ਵਿਖਿਆ ਸਗਲੀ ਤਜੀ ਐਸੀ। ਔਰ ਇੱਕ ਨਿਰੋਲ ਨਾਮ ਦਾ ਵਪਾਰ ਕਰਦਾ ਹੈ। ਹਿਰਦੇ ਰੂਪ ਕਿਆ ਮਕਾਨ ਘਰ ਵਿੱਚ ਜਿਸ ਦੇ ਪੱਲੇ ਨਾਮ ਹੈ, ਉਹ ਸੰਸਾਰ ਵਿੱਚ ਸੱਚਾ ਸ਼ਾਹ ਹੈ। ਸੰਤ ਮਹਾਰਾਜ ਨੇ ਕੋਈ ਕੱਲ ਸੁਣਿਆ ਸ਼ਬਦ ਪੜਿਆ, ਕਿਤਨੇ ਪਾਗਲਖਾਨੇ ਦੇ ਲੋਕ ਹਸੂ ਹਸੂ ਕਰਦੇ ਤੰਦਰੁਸਤ ਕਰਕੇ ਘਰਾਂ ਨੂੰ ਤੋਰ ਦਿੱਤੇ। ਇੱਕ ਕਿਣਕਾ ਹੀ ਬੜਾ, ਕੱਟੇ ਪਾਪ ਅਸੰਖ ਨਾਵੇ ਇੱਕ ਕਣੀ। ਕੱਲ ਸੁਣਿਆ ਸੀ। ਈਂਧਣ ਕੀਤਾ ਮੂੰਹ ਕਣਾ, ਭੋਰੀ ਦਿੱਤੀ ਮਪਾਹੀ। ਕੈਸਾ ਹੈ ਨਾਮ? ਬਾਲਣ ਬਹੁਤ ਇਕੱਠਾ, ਈਂਧਨ ਜਿਸ ਨੂੰ ਇੰਨਣ ਆਮ ਬੋਲਦੇ ਹਾਂ, ਬਹੁਤ ਇਕੱਠਾ ਕੀਤਾ ਗਿਆ, ਢੇਰਾਂ ਦੇ ਢੇਰ ਲੱਗ ਗਏ। ਉਹਨੂੰ ਇੱਕੋ ਹੀ ਅੰਗਿਆਰੀ ਅੱਗ ਦੀ, ਸਿਆਣਾ ਪੁਰਸ਼ ਇੱਕ ਸੀਖ ਨਾਲ ਅੱਗ ਦੀ ਅੰਗਿਆਰੀ ਨਾਲ ਰਾਖ ਸੁਆਹ ਬਣਾ ਦਿੰਦਾ। ਇੱਕੋ ਹੀ ਇੱਕੋ ਹੀ ਸੀਖ ਬੜੀ ਹੈ, ਹੋਰੀ ਥੋੜੀ ਜੀ ਅਗਨੀ ਬੜੀ ਹੈ। ਉਹ ਮੋਹ ਪਾਹੀ, ਉਹ ਪਾ ਦਿੱਤੀ ਪਾਹੀ ਨਾ ਅਗਨੀ। ਇੰਨੀ ਅਗਨੀ ਰੂਪ ਇੱਕ ਮਹਾਂਪੁਰਖ ਦਾ ਨਾਮ ਜਪਿਆ ਹੋਇਆ, ਕਮਾਈ ਕੀਤੀ ਹੋਈ ਇੰਨੀ ਬੜੀ ਹੈ। ਅਸੰਖਾਂ ਪਾਪਾਂ ਨੂੰ ਦਗਦ ਕਰ ਦਿੰਦੀ ਹੈ, ਨਾਸ਼ ਕਰ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਹੁਣ ਮੈਂ ਇਸ ਦੇ ਨਾਲ ਇੱਕ ਥੋੜਾ ਜਿਹਾ ਕਿ ਕੱਲ ਜੇ ਮਰਦਾਨਾ ਚੱਲਿਆ ਸੁਣਿਆ, ਇਹਦੇ ਨਾਲ ਮੈਂ ਥੋੜੀ ਜਿਹੀ ਲੜੀ ਜੋੜਦਾ ਹੋਇਆ। ਨਾਮ ਦਾ ਪ੍ਰਤਾਪ ਕਿਤਨਾ। ਆਪਾਂ ਵੀ ਬੜਾ ਨਾਮ ਜਪਦੇ ਹਾਂ, ਕੋਈ ਆਸਰ ਹੁੰਦਾ ਹੈ। ਕਈ ਦਫਾ ਬੁਰਾਈ ਚ ਆ ਕੇ ਕਿਸੇ ਸ਼ਰੀਕ ਨੂੰ, ਗੁਆਂਢੀ ਨੂੰ ਔਰ ਦੁਸ਼ਮਣ ਨੂੰ ਉਹਦੇ ਪਰਥਾਏ ਬੜੇ ਪਾਠ ਕਰ ਦਿੰਦੇ ਆ, ਬੜੀਆਂ ਅਰਦਾਸਾਂ ਬੁਰੇ ਬਾ ਮਹਾਰਾਜ ਇਹਨੂੰ ਐ ਚੱਕ ਲੈ, ਖਤਮ ਕਰ ਦੇ, ਇਹ ਬਹੁ ਕਰ ਦੇ, ਕੱਖ ਨਹੀਂ ਵਿਗੜਦਾ ਉਹਦੇ ਨਾਲ। ਸਾਡੇ ਕੋਲ ਤੱਤ ਸਾਰ ਵਸਤੂ ਸਾਡੇ ਅੰਦਰ ਹੈ ਹੀ ਨਹੀਂ, ਵਾਲੇ ਪੈਂਦੇ ਨੇ। ਬੜਾ ਬੁਰਾ ਚਿਤ ਵਧਿਆ, ਬੁਰਾ ਕਰਨ ਤੱਕ ਵੀ ਕਈ ਸੱਜਣ ਦੇਖੇ ਨੇ, ਸੁਣੇ ਨੇ ਵੀ ਉਹਨੂੰ ਐ ਕਰ ਦੇਣਾ ਮੈਂ। ਪੁਰਾਣੇ ਸਮੇਂ ਦੇ ਵੀ ਹੁਣ ਕਿਹੜਾ ਨਹੀਂ ਹੈ, ਬੜੇ ਜੰਤਰੀ ਤੰਤਰੀ ਮੰਤਰੀ ਲੋਕ ਬੜੇ ਚਲੀਸੇ ਐਸੇ ਕੱਢਦੇ ਹੈ। ਉਹਨਾਂ ਦਾ ਕੰਮੇ ਹੀ ਬੁਰਾਈਆਂ ਬੁਰਿਆਂ ਤੇ ਤੋਲਣਾ, ਉਹਦਾ ਐ ਨੁਕਸਾਨ ਐਸੇ। ਉਹਨੂੰ ਇੱਕ ਕਿਸੇ ਦੇ ਪਹਿਲਾਂ ਸੰਤਾਨ ਨਾ ਹੋਈ, ਸੇਵਕ ਬਣ ਗਿਆ ਹਮਜਾ ਗੌਸਤ। ਉਹਦੇ 4 ਪੁੱਤਰ ਹੋ ਗਏ। ਉਹਨਾਂ ਦੇ ਬਚਨ ਪਰਨ ਕੀਤਾ ਸੀ ਕਿ ਮੈਂ ਜਿਹੜਾ ਪਹਿਲਾ ਪੁੱਤਰ ਹੋਊਗਾ, ਹੇ ਫਕੀਰਾ ਮੈਂ ਤੁਹਾਨੂੰ ਭੇਟਾ ਕਰ ਦੇਵਾਂਗਾ। ਪਰ ਹੁਣ ਹਰ ਇੱਕ ਦੀ ਗਤੀ ਨਹੀਂ ਹੁੰਦੀ, ਮਨ ਬੇਈਮਾਨ ਹੋ ਗਿਆ। 4 ਦੀ ਪਰਵਾਹ ਨਾ ਕੀਤੀ, 4 ਸਾਂਭ ਲਏ। ਹਮਜਾ ਗੌਸ ਕਹਿੰਦਾ ਮੈਂ ਚਲੀਸਾ ਕੱਢਦਾ। ਚਲੀਸੇ ਆਪਾਂ ਵੀ ਨਾਮ ਦੇ ਇੱਥੇ ਕਿਤਨੇ ਮੋੜਗੜ ਚੱਲੇ ਨੇ, ਹੋਰ ਵੀ ਬੜੇ ਸਥਾਨਾਂ ਤੇ ਉੱਚਦੇ ਪੀਰ ਦੇ ਡੇਰੇ, ਨਵੇਂ ਮਸਤੂਆਣਾ ਸਾਹਿਬ ਵਿਖੇ, ਪਰੋੜੇ ਵਾਲਾ ਸਾਹਿਬ, ਹੋਰ ਵੀ ਬਈ 40 ਦਿਨ ਉਹਦੇ ਚ ਮੈਂ ਇੱਕ ਸ਼ਕਤੀ ਸਿੱਧ ਕਰਕੇ ਕੀ ਕਰੂੰ। ਇਹ ਕੱਲਾ ਕਰ ਨਹੀਂ, ਸ਼ਾਲਕੋਟ, ਸ਼ਾਲਕੋਟ ਦਾ ਜ਼ਿਕਰ ਮੈਂ ਕਰ ਰਿਹਾ। ਮੂਲੇ ਖੱਤਰੀ ਵਾਲਾ ਹੀ ਸਾਲ ਸਰਾਏ ਵੀ ਆ ਤੀਜਾ ਹਮਜਾ ਗੌਸ ਫਕੀਰ ਕੇ ਸਾਰੇ ਸ਼ਾਲਕੋਟ ਨੂੰ ਮੈਂ ਗਰਕ ਕਰ ਦੇਵਾਂਗਾ। ਜਦੋਂ ਇਹ ਬੁਰਾਈ ਤੇ ਤੁਲ ਗਿਆ,
ਆਪਦੇ ਮੱਠ ਵਿੱਚ ਬੈਠ ਗਿਆ, ਜਿੱਥੇ ਨਿਵਾਸ ਸਥਾਨ ਹੈ। ਚੱਲਦਾ ਗਿਆ ਜਾਪ, ਚਲਦੇ ਚਲਦੇ ਇੱਥੇ ਤੱਕ ਹੈ ਬਾਬਾ ਨਾਨਕ ਸਾਹਿਬ ਨੂੰ ਵੀ ਇਹ ਤਾਰਾਂ ਖੜਕ ਗਈਆਂ। ਇਹ ਨੇੜੇ ਹੀ ਜਿੱਥੇ ਮੇਰੇ ਸੇਵਕ ਬੈਠੇ ਨੇ ਆ ਗਏ। ਉਹ ਮੂਲਾ ਖੱਤਰੀ ਦੇ ਵਰਗੇ ਸੱਜਣ ਯਾਦ ਆਏ ਮਹਾਰਾਜ ਦੇ। ਅੰਤਰਜਾਮੀ ਪੁਰਖ ਸੁਆਮੀ ਅਨਬੋਲ ਸਭ ਜਾਣੋ, ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ। ਉਹ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ। ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ। ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ। ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ। ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ। ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ। ਬਾਬਾ ਜੀ ਨੇ ਕਿਹਾ ਮਰਦਾਨਿਆ ਚੱਲ ਚੱਲੀਏ। ਭਾਈ ਬਾਲੇ ਨੂੰ ਵੀ ਨਾਲ ਲਿਆ। ਸ਼ਾਲਕੋਟ ਉਹਦੇ ਥੋੜੇ ਹੀ ਫਾਸਲੇ ਤੇ ਆ ਕੇ ਇਕਾਂਤ ਡੇਰਾ ਕਰ ਲਿਆ। ਬੈਠ ਗਏ ਮਹਾਰਾਜ ਔਰ ਅੰਤਰਜਾਮੀ ਪੁਰਖ ਸੁਆਮੀ ਨੇ ਬੜੇ ਪਿਆਰ ਵਿੱਚ ਸੇਵਕ ਆਉਂਦੇ ਨੇ, ਸੱਜਣ ਸੇਵਕ ਆਏ ਜਾਂਦੇ ਹੈ। ਮਹਾਰਾਜ ਪਿਆਰ ਨਾਲ ਉਹਨਾਂ ਨੂੰ ਥਾਂ ਦਿੰਦੇ ਹੈ। ਔਰ ਇਹ ਵੀ ਪਤਾ ਲੱਗ ਚੁੱਕਿਆ ਕਿ ਇੱਥੇ ਇੱਕ ਫਕੀਰ ਨੇ। ਕਿਉਂ ਭਾਈ ਪ੍ਰੇਮੀਓ ਛਿਲਾ ਕੱਢਣਾ ਸ਼ੁਰੂ ਕੀਤਾ? ਕਹਿੰਦੇ ਹਾਂ ਮਹਾਰਾਜ। ਬੜੇ ਪਿਆਰ ਦੇ ਨਾਲ ਸਾਰਿਆਂ ਦੀਆਂ ਗੱਲਾਂ ਸੁਣਦੇ ਆ, ਬਚਨ ਸੁਣਦੇ ਆ। ਮਹਾਰਾਜ ਸਾਨੂੰ ਇੱਕ ਬੜਾ ਭੈਜਲ ਚੜਿਆ। ਕੀ ਭੈਜਲ ਚੜ ਗਿਆ ਭਾਈ? ਬਸ ਕਰੇ ਕੋਈ ਤੇ ਭਰੇ ਕੋਈ। ਹਰ ਇੱਕ ਡਰਿਆ ਪਿਆ ਕਾਲ ਤੋਂ, ਮੌਤ ਤੋਂ। ਦੇਖੋ ਜਦ ਜੰਗ ਲੱਗਦੇ ਨੇ ਸਭ ਥਰ ਥਰ ਕੰਬਣ ਲੱਗ ਜਾਂਦੇ ਨੇ। ਭੁਚਾਲ ਆਉਣਾ, ਕੋਈ ਐਸੀ ਖਬਰ ਮਿਲਦੀ ਹੈ ਉਦੋਂ ਕਿ ਪਤਾ ਨਹੀਂ ਕੀ ਹਾਲ ਹੋਊ ਸ੍ਰਿਸ਼ਟੀ ਦਾ। ਸ਼ੁਕਰ ਹੈ ਬਾਬਾ ਜੀ, ਹੇ ਗੁਰੂ ਨਾਨਕ ਸਾਹਿਬ, ਮੂਲੇ ਖੱਤਰੀ ਵਰਗਿਆਂ ਨੂੰ ਵੀ ਪਤਾ ਲੱਗਿਆ ਵੀ ਜਗਤ ਗੁਰੂ ਨਾਨਕ ਸਾਹਿਬ ਆਏ ਹੋਏ ਨੇ। ਸ਼ੁਕਰ ਹੈ ਗੁਰੂਦੇਵ ਪਾਤਸ਼ਾਹ ਸੱਚੇ ਗੁਰੂ ਨਾਨਕ ਨਿਰੰਕਾਰੀ ਨੇ ਸਭ ਦੇ ਹਾਲ ਚਾਲ। ਜੇ ਮਹਾਂਪੁਰਸ਼ਾਂ ਦੇ ਜੀਵਨ ਪੜ੍ਹੋ, ਉਹ ਆਪਣੇ ਸੇਵਕਾਂ ਨੂੰ ਪੁੱਛਦੇ ਨੇ। ਸੰਤ ਮਹਾਰਾਜ ਦਾ ਸੰਤ ਵਿਲਾਸ ਹੀ ਪੜ੍ਹੋ, ਜਿੱਥੇ ਜਾਣਾ। ਕਿਉਂ ਭਾਈ ਸੰਗਤਾਂ ਤਿਆਰ ਵਰ ਤਿਆਰ ਤਕੜੇ ਹੋ, ਇਹ ਹਾਲ ਪੁੱਛਦੇ। ਪੜ੍ਹੋ ਜਰਾ, ਇੱਕ ਵੀ ਸੇਵਕ ਮਿਲ ਜੇ ਕਿਤੇ ਸਾਰੀ ਸੰਗਤ ਦਾ ਹਾਲ ਪੁੱਛਦੇ ਹੈ। ਭਾਈ ਹੋਰ ਪਰਿਵਾਰ ਦਾ ਹਾਲ? ਮੂਲਾ ਕਹਿਣ ਲੱਗਿਆ ਮਹਾਰਾਜ ਬੁਰਾ ਹਾਲ ਹੈ, ਬਸ ਸੁਣ। ਮਹਾਰਾਜ ਕਹਿੰਦੇ ਸਾਡੇ ਹੁੰਦਿਆਂ ਵੀ? ਕਹਿੰਦੇ ਸਾਡੇ ਹੁੰਦਿਆਂ ਵੀ? ਫਿਰ ਬੇਨਤੀ ਕੀਤੀ, ਨਹੀਂ ਮਹਾਰਾਜ ਤੁਹਾਡੇ ਹੁੰਦਿਆਂ ਕੋਈ ਸਾਨੂੰ ਬੁਰੇ ਹਾਲਾਂ ਤੋਂ ਇੱਥੇ ਹੈ ਹੋਰ ਗਿਰਾਵਟ ਵਿੱਚ ਨਹੀਂ ਲਿਜਾ ਸਕਦਾ, ਬਚਾ ਸਕਦੇ ਤੁਸੀਂ ਹੀ ਹੋ। ਮਹਾਰਾਜ ਫੇਰ ਕਹਿੰਦੇ ਨੇ ਸਾਡੇ ਹੁੰਦਿਆਂ ਤੁਹਾਡਾ ਬਾਲ ਵਿੰਗਾ ਨਹੀਂ ਹੁੰਦਾ। ਜਾਓ ਸਾਰੇ ਸ਼ਹਿਰ ਨੂੰ ਕਹਿ ਦਿਓ ਹੁਣ ਤਾਂ ਸ਼ਾਮ ਪੈ ਗਈ, ਆ ਰਾਤ 4 ਪਹਿਰ ਦੀ ਬਤੀਤ ਕਰ ਲਓ, ਤੁਹਾਨੂੰ ਕੀਰਤਨ ਸੁਣਾਵਾਂਗੇ, ਸਤਸੰਗ ਹੋਊਗਾ, ਵਿੱਚ ਕਰਤਾ ਪੁਰਖ ਖਲੋਆ, ਬਾਲ ਨਾ ਵਿੰਗਾ ਹੋ। ਜੇ ਰੱਬ ਜਿਸ ਕਾਰਜ ਵਿੱਚ ਖੜਾ ਹੋਵੇ ਉੱਥੇ ਕੋਈ ਕੀ ਵਿਗਾੜ ਸਕਦਾ ਹੈ। ਜਿਸਕੇ ਸਿਰ ਉੱਪਰ ਤੂੰ ਸਵਾਮੀ ਕੱਲ ਵੀ ਪੜਿਆ ਸੀ ਨਾ, ਸੋ ਦੁੱਖ ਕੈਸਾ ਪਾਵੇ, ਸੋ ਦੁੱਖ ਕੈਸਾ ਪਾਵੇ ਜੀ ਦਾ ਰਾਖਾ ਹੈ ਪਰਮਾਤਮਾ। ਸੋ ਦੁੱਖ ਕੈਸਾ ਪਾਵੇ ਜੀ ਦਾ ਰਾਖਾ ਹੈ ਪਰਮਾਤਮਾ।
कैसा पावे जीना रखा है परमात्मा। सो दुख कैसा पावे जीना रखा है रखा है परमेश्वर जीना रखा है परमात्मा। 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 दुख कैसा पावे जीना रखा है परमात्मा। दुख कैसा पावे जीना रखा है परमात्मा। जिसके सिरों पर तो स्वामी सो दुख कैसा पावे। पर थे जाके मस्तक हाथ गुर तरे या सिर ते हथ रख देवे सो दास अंदेशा काहे का करे। ਉਹਨੂੰ ਕੋਈ ਫਿਕਰ नहीं करना चाहिए। सिर उपर ठाडा गुरसूरा ਠਾਂਡਾ नाम खड़े ठाडा। ਜਿਹਦੇ सिर ते पूरा सूरा गुरु ऐ खड़ा होवे भी मेरा हथ है निहाल। नानक ताके कारज पूरा ਉਹਦਾ ਕੰਮ ਕਿਤੇ ਨਹੀਂ ਰੁਕਦਾ। ਕੰਮ ਪੂਰੇ ਹੀ ਪੂਰੇ ਹੋਣਗੇ। ਲਓ ਹੁਣ ਪਿਆਰੇ ਸੇਵਕਾਂ ਨੂੰ ਕੁਝ ਧੀਰਜ ਮਿਲਿਆ। ਰਹਿ ਰਾਸ ਵੇਲੇ ਕੀਰਤਨ ਬਚਨ ਸੁਣੇ। ਕਹਿੰਦੇ ਮਹਾਰਾਜ ਸ਼ੁਕਰ ਹੈ ਰਾਤ ਲੰਘ ਜੂਗੀ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਕੋਈ ਗੱਲ ਨਹੀਂ। ਲਓ ਜੀ 4 ਪਹਿਰ ਲੰਘ ਗਏ। ਆਸਾ ਦੀ ਬਾਤ ਸੂਰਜ ਚੜ ਗਿਆ। ਮਹਾਰਾਜ ਨੇ ਫਿਰ ਕਿਹਾ ਜਾਓ ਐਂ ਕਰੋ ਉਸ ਫਕੀਰ ਨੂੰ ਬੁਲਾਓ ਜਿਹੜਾ ਤੁਹਾਡਾ ਨਗਰ ਗਰਕ ਕਰਨਾ ਚਾਹੁੰਦਾ ਹੈ। ਜਾਓ ਸੁਨੇਹਾ ਦਿਓ। ਸੇਵਕ ਗਏ। ਉਹਨੂੰ ਦੇਖੋ ਮਹਾਰਾਜ ਕਿਤਨਾ ਭਲਾ ਲੋਚਦੇ ਕਰਦੇ ਨੇ ਸੋਚਿਆ ਹੀ ਨਹੀਂ। ਗਏ ਅੱਗੇ ਚੇਲੇ ਮਰੀਦ ਕੋਈ ਵਾਹ ਨਾ ਚੱਲਣ ਦਿੱਤੀ। ਬੁਲਾਉਣਾ ਕੀਤਾ। ਕਹਿੰਦੇ ਨਾ ਨਾ ਪੀਰ ਜੀ ਤਾਂ ਆ ਨਹੀਂ ਸਕਦੇ ਸ਼ਿਲੇ 'ਚ ਬੈਠੇ। ਦਰਵਾਜ਼ਾ ਨਹੀਂ ਖੋਲ੍ਹਣਾ ਉਹਨਾਂ ਨੇ ਕਿਸੇ ਦੇ ਮੱਥੇ ਨਹੀਂ ਲੱਗਣਾ। ਮਰੀਦਾਂ ਨੇ ਜਵਾਬ ਦੇ ਦਿੱਤਾ। ਕਹਿੰਦੇ ਭਾਈ 3 ਲੋਕ ਦਾ ਮਾਲਕ ਆਇਆ ਉਹ ਬੁਲਾ ਰਹੇ ਨੇ। ਕਹਿੰਦੇ ਨਹੀਂ ਇੱਕ ਛਿਨ ਮਾਤਰ ਵੀ ਨਹੀਂ। ਕਹਿੰਦੇ ਫਕੀਰ ਨੂੰ ਬੁਲਾਇਆ ਆ ਜਾਓ। ਕਹਿੰਦੇ ਨਹੀਂ। ਜੇ ਗਏ ਵੀ ਕਹਿੰਦੇ ਮੌਨ ਰੂਪ ਬਸ 40 ਦਿਨ ਤਾਂ ਉਹਨਾਂ ਨੇ ਸੂਰਜ ਨਹੀਂ ਦੇਖਣਾ। ਸੂਰਜ ਜੇ ਸੂਰਜ ਦੇਖ ਲਿਆ ਉਦੋਂ ਹੀ ਵਿਘਨ ਪੈ ਜਾਣਾ। ਬਸ ਗੱਲ ਖਤਮ ਹੋ ਜਾਣੀ। ਨਹੀਂ ਆ ਸਕਦੇ। ਮਹਾਰਾਜ ਕਹਿੰਦੇ ਫੇਰ ਜਾਓ ਤੇ ਨਗੇੜੇ ਲਵਾਏ। ਕਹਿੰਦੇ ਬਿਲਕੁਲ ਕਹਿ ਦਿਓ ਸਾਡਾ ਪੀਰ ਨਹੀਂ ਆ ਸਕਦਾ ਉਹ ਤਾਂ ਛਿਲੇ 'ਚ ਬੈਠੇ। ਮਹਾਰਾਜ ਕਹਿੰਦੇ ਅੱਛਾ ਲੈ ਭਾਈ ਐ ਨਦਰ ਹੈ ਜਿਵੇਂ ਹਸਤ ਕਵਲ ਰੂਪ ਨੇਤਰ ਹੀ ਉਧਰ ਨੂੰ ਪਲਟੇ। ਜਿਹੜੇ ਮੱਠ ਵਿੱਚ ਬੈਠਾ ਸੀ ਉਹ ਮੱਠ ਦੁਫਾੜ ਹੋ ਗਿਆ।
ਚਾਨਣ ਹੋ ਗਿਆ, ਧੁੱਪ ਦਿਖਦੀ ਹੈ। ਉਹ ਫਕੀਰ ਨੂੰ, ਹਮਜ਼ਾ ਗੌਸ ਨੂੰ ਸੂਰਜ ਦਿਖਿਆ। ਕਹਿੰਦਾ ਉਹ ਇਹ ਕੌਣ ਆ ਗਿਆ? ਮਰੀਦੋ, ਮੇਰਾ ਜਿਹੜਾ ਸ਼ਿਲਾ ਸੀ ਉਹਦੇ ਵਿੱਚ ਵਿਘਨਕਾਰੀ ਗੱਲ ਬਣ ਗਈ, ਖਤਮ ਹੋ ਗਿਆ, ਵਿਘਨ ਪੈ ਗਿਆ, ਜਿਹਨੂੰ ਕਜ਼ਾ ਕਰਨਾ ਵੀ ਕਹਿ ਦਿੰਦੇ ਨੇ। ਗੱਲ ਸਿਰੇ ਨਾ ਚੜੀ। ਮੇਰੀ ਐਡੀ ਕਮਾਈ ਕੀਤੀ, ਮੈਂ ਤਾਂ ਗਰਕ ਕਰ ਦੇਣਾ ਸੀ ਸਾਰਾ ਇਹ ਸ਼ਹਿਰ। ਉਸ ਫਕੀਰ ਨੂੰ ਗੱਲ ਮੁਕਾਉਣਾ ਪਿਆ। ਤਿੰਨ ਲੋਕ ਦੇ ਮਾਲਕ ਦੇ ਚਰਨਾਂ ਵਿੱਚ ਆ ਗਿਆ। ਕਹਿੰਦੇ ਅਜੇ ਵੀ ਨਾ ਭਾਈ, ਅਜੇ ਤੈਨੂੰ ਬਚਾ ਲਿਆ। ਜਦੋਂ ਆ ਗਿਆ ਚਰਨਾਂ 'ਚ, ਕਹਿੰਦੇ ਫਕੀਰਾ ਅਜੇ ਬਚਾ ਲਿਆ, ਅਜੇ ਉਹ ਮੱਟ ਤੇਰੇ ਤੇ ਡਿੱਗਿਆ ਨਹੀਂ। ਅਸੀਂ ਬੁਰਾ ਨਹੀਂ ਕਰਨਾ, ਇਹ ਅਸੀਂ ਤਾਂ ਸਾਰਿਆਂ ਦਾ ਹੀ ਭਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਐਵੇਂ ਨਹੀਂ ਕਹਿੰਦੇ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਹੈ। ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਹੈ। राखी मेरी, राखी मेरी, राखी मेरी, राखी मेरी। राखी मेरी है, जिन कल राखी मेरी है। सतगुरु नानक, जिन कल राखी मेरी है। ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਹੈ। ਧੰਨ ਗੁਰੂ ਨਾਨਕ ਸਾਹਿਬ, ਸਭ ਤੇ ਵੱਡਾ ਸਤਿਗੁਰ ਨਾਨਕ। ਸੋ ਜਿਸ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਫਕੀਰ ਚਰਨਾਂ ਤੇ ਡਿੱਗਿਆ। ਮਹਾਰਾਜ ਕਹਿਣ ਲੱਗੇ ਕੀ ਗੱਲ ਫਕੀਰਾ? ਕਹਿੰਦਾ ਮਹਾਰਾਜ ਇਹ ਝੂਠਿਆਂ ਦਾ ਸ਼ਹਿਰ ਹੈ, ਫਿਰ ਵੀ ਬਾਜ਼ ਨਹੀਂ ਆਇਆ ਜੀ। ਇਹ ਫਕੀਰਾ ਮੈਂ ਤੇਰੇ ਖਾਤਰ ਆਇਆ, ਇੱਥੇ ਆਉਣਾ ਪਿਆ, ਨਹੀਂ ਹੋਰ ਪਾਸੇ ਲੰਘ ਜਾਂਦੇ, ਪਰ ਖਾਸ ਤੇਰੇ ਵਾਸਤੇ ਆਏ ਆ। ਕਹਿੰਦਾ ਮਹਾਰਾਜ ਮੇਰੇ ਵਾਸਤੇ? ਹਾਂ। ਆ ਕੀ ਕਰ ਰਹੇ ਹੈ ਤੂੰ? ਕਿ ਖੁਦਾ ਦੀ ਇਬਾਦਤ ਜਿਹੜੀ ਬੰਦਗੀ ਕਰਨੀ ਹੈ, ਤੂੰ ਆਪਣਾ ਭਲਾ ਕਰਨਾ ਸੀ ਕਿ ਲੋਕਾਂ ਦੇ ਬੁਰਾਈ ਵਾਸਤੇ ਤੂੰ ਫਕੀਰ ਹੋਇਆ? ਇੱਕ ਸਾਡੀ ਆਮ ਭਾਸ਼ਾ 'ਚ ਅਸੀਂ ਸਿੱਧੇ ਬੋਲਦੇ ਹਾਂ ਵੀ ਦਇਆ ਵਿਨ ਸਿੱਧ ਕਸਾਈ। ਕਈ ਫਕੀਰਾਂ ਸਾਧੂਆਂ ਤੋਂ ਇਹ ਬਚਨ ਸੁਣਿਆ। ਦਇਆ ਵਿਨ, ਜਿਸ ਹਿਰਦੇ 'ਚ ਕਿਸੇ ਸਾਧੂ ਸੰਤ ਫਕੀਰ ਦੇ ਰਹਿਮ ਨਹੀਂ, ਉੱਥੇ ਦਇਆ ਨਹੀਂ, ਤਾਂ ਉਹ ਤਾਂ ਕਸਾਈ ਹੈ। ਕਸਾਈ ਜਿਹੜਾ ਬੁਰਾਈ ਤੇ ਖੜਾ, ਸ਼ਕਲ ਮੋਮਨਾਂ ਦੀ, ਕੰਮ ਕਾਫਰਾਂ ਦੇ ਨਹੀਂ। ਇਹ ਨਾਮ ਚੀਵੀਸਿਓ ਵੀ ਕਰਦੇ ਨੇ, ਪਰ ਭਲਾ ਵੀ ਹੋਵੇ ਭਾਈ। ਕਹਿੰਦਾ ਜੀ ਇਹ ਝੂਠਿਆਂ ਦਾ। ਮਹਾਰਾਜ ਨੂੰ ਫਿਰ ਜਦੋਂ ਇਹਨਾਂ ਸਾਹਮਣੇ ਬੋਲਿਆ, ਹਜ਼ੂਰ ਕਹਿਣ ਲੱਗੇ ਕੀ ਗੱਲ, ਕੀ ਝੂਠ ਹੈ ਇਹਨਾਂ 'ਚ ਭਾਈ? ਤੂੰ ਵੀ ਦੱਸ ਦੇ ਫਕੀਰਾ। ਜੀ ਮੇਰੇ ਬਚਨ ਤੋਂ, ਮੈਂ ਇੱਕ ਦੇ ਔਲਾਦ ਸੇਠ ਦੇ ਨਹੀਂ ਸੀ, ਸ਼ਾਹੂਕਾਰ ਦੇ, ਔਰ ਇੱਕ ਦੀ ਬਜਾਏ 4 ਪੁੱਤਰ ਹੋ ਗਏ। ਉਹਨੇ ਪਰਨ ਕੀਤਾ ਸੀ ਵੀ ਮੈਂ ਇੱਕ ਪੁੱਤਰ ਦਿਉ, ਉਹਨੇ ਦਿੱਤਾ ਨਹੀਂ। ਕਹਿੰਦੇ ਤੂੰ ਕਿੱਥੋਂ ਲਿਆਇਆ ਸੀ? ਤੂੰ ਕਿੱਥੋਂ ਲਿਆਇਆ ਸੀ? ਉਹ ਦਾਤੇ ਨੂੰ ਯਾਦ ਕਰ ਜਿਹਨੇ ਦਾਤ ਦਿੱਤੀ ਹੈ। ਦਾਤ ਪਿਆਰੀ, ਵਿਸਰਿਆ ਦਾਤਾਰਾ, ਜਾਣੇ ਨਾਹੀ ਮਰਨ ਵਿਚਾਰਾ।
वस्त पराई को उठ रोवे, कर्म धर्म सगला ही सारे मतलब खोवे। ਇਹ ਸ਼ਬਦ ਬਹੁਤ ਕੁਛ ਆ ਜਾਂਦਾ, ਕਈ ਕਿਤਨੇ ਅਰਥ ਕੀਤੇ ਨੇ। ਸਾਰੇ ਤੂੰ ਜਿਹੜੇ ਜਪ ਤਪ ਕੀਤੇ ਨੇ ਉਹਨਾਂ ਨੂੰ ਅੱਗ ਲਾ ਰਿਹਾ ਹੈ ਤੂੰ। ਜੋ ਕਰਮ ਧਰਮ ਕੀਤੇ ਨੇ ਤੇਰੇ ਪੱਲੇ ਕੀ ਰਹੂਗਾ। ਇੱਕ ਬੱਚੇ ਪਿੱਛੇ ਫਿਰ ਨਾ ਤੈਂ ਰਹਿਣਾ ਨਾ ਉਹ ਬੱਚੇ ਨੇ ਰਹਿਣਾ। ਤੂੰ ਸਬਰ ਕਰ। ਜੇ ਕਿਸੇ ਨੂੰ ਦਾਤ ਦੇ ਦਿੱਤੀ ਉਸ ਦੇ ਬਦਲੇ ਤੂੰ ਇਹ ਥੋੜ੍ਹਾ ਵੀ ਬਾਕੀ ਸ਼ਹਿਰ ਨੇ ਤੇਰਾ ਕੀ ਵਿਗਾੜ ਦਿੱਤਾ। ਇਹ ਝੂਠਿਆਂ ਦਾ ਕਹਿੰਦੇ, ਅਸੀਂ ਕਹਿੰਦੇ ਹਾਂ ਮਾਲਕ ਦਾ ਸੱਚਿਆਂ ਦਾ ਦੇਸ਼ ਹੈ। ਕਹਿੰਦਾ ਜੀ ਨਹੀਂ। ਕਹਿੰਦੇ ਤੂੰ ਕੀ ਕਰੇ, ਮਾਰ ਦੇਣੇ ਸੀ। ਮਹਾਨ ਕਹੇ ਉਹਨਾਂ ਨੂੰ ਜੇ ਆਪ ਮਾਰੇ ਗੋਬਿੰਦ ਤੂੰ ਕੀ ਮਾਰੇਗਾ। ਉਹ ਪਰਮਾਤਮਾ ਹੀ ਮਾਰਨ ਵਾਲਾ ਹੈ, ਉਹੀ ਆਪੇ ਬਖਸ਼ਦਾ, ਆਪੇ ਮਾਰੇ ਆਪੇ ਛੋੜੇ ਆਪੇ ਬਖਸ਼ੇ ਕਰੇ ਦਇਆ। ਤੂੰ ਕੌਣ ਹੈ ਮਾਰਨ ਵਾਲਾ, ਤੇਰੇ ਕੋਲ ਕੀ ਹੈ ਮਾਰਨ ਵਾਸਤੇ। ਅੱਛਾ ਚੱਲ ਅੱਗੇ ਚੱਲ। ਵਿਘਨ ਪੈ ਗਿਆ, ਕੋਈ ਗੱਲ ਨਹੀਂ, ਅਸੀਂ ਆਏ ਸ਼ਹਿਰ ਨੂੰ ਬਚਾਉਣ ਵਾਸਤੇ ਹਾਂ। ਤੂੰ ਇੱਕ ਕਿਸੇ ਦਾ ਇੱਕ ਜੀਵ ਦਾ ਇੱਕ ਕੰਕਰ ਮਾਤਰ ਵੀ ਬੁਰਾ ਨਹੀਂ ਕਰ ਸਕਦਾ। ਤੇਰੇ 'ਚ ਇਹ ਦਾਤ ਨਹੀਂ ਦਿੱਤੀ ਮਾਲਕ ਨੇ, ਨਹੀਂ ਤਾਂ ਤੂੰ ਸ੍ਰਿਸ਼ਟੀ ਖਤਮ ਕਰ ਦੇਵੇਂ। ਸਿਆਣੇ ਕਹਿੰਦੇ ਆ ਬੰਦਰ ਨੂੰ ਐ ਅੱਗ ਲਾਉਣੀ ਨਹੀਂ ਦੱਸੀ, ਨਹੀਂ ਉਹੀ ਪਿੰਡਾਂ ਦੇ ਪਿੰਡ ਫੂਕ ਦੇਵੇ। ਉਹ ਮਾਲਕ ਦਾਤ ਹੈ, ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਤੇ। ਉਹ ਜਿਹਨੂੰ ਚਾਹੁੰਦਾ ਉਹ ਦਾਤ ਉਹਨੂੰ ਹੀ ਦਿੰਦਾ। ਪਰ ਇਹ ਗੱਲ ਐ ਫਕੀਰਾ ਬਾਜ਼ ਆ ਜਾ। ਕਹਿੰਦਾ ਜੀ ਝੂਠੇ ਨੇ, ਮੈਂ ਤਾਂ ਮਾਰਨ ਲੱਗਿਆ ਸੀ। ਕਹਿੰਦੇ ਜਿਹੜੇ ਆਪੇ ਮਰਨਾ ਜਾਣਦੇ ਨੇ ਉਹਨਾਂ ਨੂੰ ਤੂੰ ਕੀ ਮਾਰੇਗਾ। ਜਿਹੜੇ ਮਰਨਾ ਜਾਣਦੇ ਨੇ ਉਹਨਾਂ ਨੂੰ ਤੂੰ ਕੀ ਮਾਰੇਗਾ। ਕਹਿੰਦਾ ਜੀ ਇਹ ਮੇਰੇ ਸਮਝ ਨਹੀਂ ਆਈ ਗੱਲ। ਉੱਥੇ ਦੀ ਉਥਾਨਕਾ ਆਮ ਅਸੀਂ ਸਾਖੀਆਂ ਬਹੁਤ, ਇਸ ਦੇ ਨਾਲ ਮੈਂ ਜੋੜਦਾ ਇੱਕ ਹੋਰ ਜੋੜਨਾ ਵੀ ਉਥਾਨਕਾ ਇਹ ਬਣਦੀ ਜਿਹਨੂੰ ਥਿਊਰੀ ਕਹਿੰਦੇ ਅਸੀਂ ਮੁੱਖ। ਮਹਾਰਾਜ ਨੇ ਹੱਥ ਮਾਰਿਆ, ਕੱਲ ਵੀ ਸੀ ਐ ਜਿੱਥੇ ਹੀਰੇ ਲਾਲ ਫੜਾ ਦੇਣ ਸਾਲਸਰਾਏ ਕੋਲ ਨੂੰ 2 ਟਕੇ ਸੋਨੇ ਦੇ 2 ਪੈਸੇ ਦਾ ਟਕਾ। ਅੱਜ ਕੱਲ ਨਹੀਂ ਉਹ ਚੱਲਦੇ। ਲੈ ਬੈਠ ਫਕੀਰਾ ਤੈਨੂੰ ਦਿਖਾ ਦਿੰਦੇ ਆ। ਜਿਹੜੇ ਵਸਤੂ ਨੂੰ ਜਾਣਦੇ ਨੇ ਮਰਨਾ ਉਹਨਾਂ ਨੂੰ ਤੂੰ ਕੀ ਮਾਰੇਗਾ। ਲੈ ਮਰਦਾਨਿਆਂ ਤਲਾਸ਼ ਕਰ ਲਿਆ, ਆਪਣੇ ਸੇਵਕ ਨੂੰ ਲੱਭ ਲਿਆ। ਕੱਲ ਨਮਸਕਾਰ ਵੀ ਕਰ ਗਏ ਨੇ, ਬਹੁਤ ਸੰਗਤ ਆਈ ਔਰ ਸਾਰਿਆਂ ਨੂੰ ਸਮਝਾਉਣ ਹਿੱਤ ਸਮਰੱਥ ਬਣ ਜਾਣਾ ਬਣਿਆ। ਉਹ ਜਾਣਦਾ ਮਰਨਾ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਉਹ ਇੱਥੇ ਰਹਿਣ ਵਾਸਤੇ ਕਹਿੰਦੇ ਮੈਂ ਇੱਥੇ ਹੀ ਰਹੂੰ। ਨਹੀਂ ਨਹੀਂ, ਉਹਨਾਂ ਨੇ 3 ਕਾਲ ਜਾਣਾ ਹੀ ਜਾਣਾ, ਜਾਣਾ ਹੀ ਜਾਣਾ। ਪਤਾ ਨਹੀਂ ਕੋਈ ਪਰਵਾਹ ਨਹੀਂ ਸੰਸਾਰ ਦੀ। ਅੱਛਾ ਲੈ ਮਰਦਾਨੇ ਮਰਨਾ ਜੀਵਨ ਵਾਸਤੇ ਹੈ ਜ਼ਰੂਰ, ਪਰ ਤੂੰ ਲੱਭ ਕੇ ਲਿਆ ਜਿਹੜੇ ਵਸਤੂ ਨੂੰ ਜਾਣਦੇ ਨਹੀਂ। ਆ ਟਕੇ ਦੇ ਬਦਲੇ ਲਿਆ ਸੱਚ ਤੇ ਝੂਠ। ਕਹਿੰਦਾ ਜੀ ਝੂਠਿਆਂ ਦਾ ਹੁਣ ਇਹ ਸੱਚ ਤੇ ਝੂਠ ਦਾ ਮੈਂ ਨਿਰਣਾ ਕਰਦੇ ਹਾਂ। ਜੋ ਗਿਆਨਵਾਨ ਪੁਰਸ਼ ਇਸ ਵਸਤੂ ਦੇ ਨਾਲ ਸੰਪਰਦਾਈ ਵਿਚਾਰਾਂ ਹਨ। ਆਮ ਸੁੱਧੇ ਹੀ ਸ਼ੁਰੂ ਕਰ ਦਿੰਦੇ ਹਾਂ ਸਾਖੀ। ਇੱਥੋਂ ਇਹਦਾ ਜੋੜ ਬਾਜ਼ਨ ਵਾਲਾ ਔਰ ਮੁੱਖ ਸ਼ਬਦ ਬਣਦਾ। ਜਾਓ ਇਸ ਸ਼ਹਿਰ ਵਿੱਚ ਚੱਕਰ ਲਾਓ, ਹੁਣ ਨੇੜੇ ਹੀ ਆ ਮਲੌਦ, ਕੋਈ ਦੂਰ ਹੈ। ਜਾਓ ਪੁੱਛਿਓ, ਬਾਹਰ ਇਕਾਂਤ ਬੈਠੇ ਸੀ। ਆ ਇਕਾਂਤ ਹੀ ਦੇਸ਼ ਹੈ। ਆ ਕਿਆ ਹੈ? ਇੱਕ ਟਕੇ ਦਾ ਸੱਚ, ਇੱਕ ਦਾ ਝੂਠ। ਮਰਦਾਨਾ ਚੱਲ ਪਿਆ, ਸਾਰੇ ਸ਼ਹਿਰ ਵਿੱਚ ਚੱਕਰ ਲਾਂਦਾ ਲਾਂਦਾ ਨਹੀਂ ਮਿਲਿਆ। ਆਖਿਰ ਸਿਰੇ ਤੇ ਜਾ ਕੇ ਮੂਲਾ ਖੱਤਰੀ ਕੀ ਕਹਿੰਦਾ, ਫਕੀਰਾ ਕੱਲ ਵੀ ਮੈਂ ਤੱਕਿਆ ਦੇਖਿਆ ਤੈਨੂੰ, ਇਹ ਗੁਰੂ ਨਾਨਕ ਸਾਹਿਬ ਆਏ ਨੇ, ਉਹਨਾਂ ਦਾ ਤੂੰ ਸਾਥੀ ਹੈ। ਕੀ ਗੱਲ, ਕੀ ਲੋੜ ਪੈ ਗਈ? ਕੱਲ ਤਾਂ ਉੱਥੇ ਢੇਰ ਲੱਗੇ ਪਏ ਸੀ ਇਹ ਵਸਤੂਆਂ ਦੇ। ਕਹਿੰਦੇ ਐ ਨਹੀਂ ਸੀ ਢੇਰ। ਫਕੀਰ ਕਹਿੰਦਾ ਮਰਦਾਨਾ ਆ ਜਿਹੜੀ ਵਸਤੂ ਮੈਂ ਲੈਣ ਆਇਆ ਇਹਦੀ ਅਤੀ ਜ਼ਰੂਰੀ ਹੈ। ਕਹਿੰਦਾ ਉਹਦੇ ਸਾਰੇ ਬਾਜ਼ਾਰ ਚੋਂ ਨਾ ਮਿਲਿਆ। ਟਕੇ ਪਕੜ ਲਏ ਦੋਏ, ਰੱਖ ਕੇ ਇੱਕ ਕਾਗਜ਼ ਦਾ ਟੁਕੜਾ ਨਹੀਂ 2 ਲੈ ਲਏ। ਮਤਲਬ ਕਿਆ ਲਿਖਿਆ? ਲਿਆ ਮੈਂ ਤੈਨੂੰ ਸੌਦਾ ਦਿਆਂ। ਇੱਕ ਤੇ ਲਿਖ ਦਿੱਤਾ ਕੀ ਹੈ ਔਰ ਦੂਸਰੇ ਤੇ ਦੋਨਾਂ ਦਾ ਨਿਚੋੜ।
ਉਹ ਮਰਨਾ ਸੱਚ ਤੇ ਫਕੀਰਾ ਜਾਉਣਾ ਝੂਠ ਹੈ ਟਕੇ ਦੇ ਬਦਲੇ ਲਿਖ ਲਿਖ ਵੇਚਦਾ ਸੱਚ ਤੇ ਫਕੀਰਾ ਜਾਉਣਾ ਝੂਠ ਹੈ ਟਕੇ ਦੇ ਬਦਲੇ ਲਿਖ ਲਿਖ ਵੇਚਦਾ ਮਰਨਾ ਟਕੇ ਦੇ ਬਦਲੇ ਲਿਖ ਕੇ ਵੇਚਦਾ ਮਰਨਾ ਸੱਚ ਤੇ ਫਕੀਰਾ ਜਾਉਣਾ ਉਹ ਫਕੀਰਾ ਜਾਉਣਾ ਝੂਠ ਹੈ ਟਕੇ ਦੇ ਬਦਲੇ ਲਿਖ ਕੇ ਵੇਚਦਾ ਸੱਚ ਤੇ ਫਕੀਰਾ ਜਾਉਣਾ ਟਕੇ ਦੇ ਬਦਲੇ ਲਿਖ ਕੇ ਵੇਚਦਾ ਪਿਆਰੇ ਜੀ 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 ਟਕੇ ਦੇ ਬਦਲੇ ਲਿਖ ਕੇ ਵੇਚਦਾ ਸੱਚ ਤੇ ਫਕੀਰਾ ਜਾਉਣਾ ਉਹ ਫਕੀਰਾ ਜਾਉਣਾ ਝੂਠ ਹੈ ਟਕੇ ਦੇ ਬਦਲੇ ਲਿਖ ਕੇ ਵੇਚਦਾ ਮਰਨਾ ਸੱਚ ਤੇ ਫਕੀਰਾ ਜਾਉਣਾ ਉਹ ਟਕੇ ਦੇ ਬਦਲੇ ਲਿਖ ਕੇ ਵੇਚਦਾ ਦੋਏ ਟੁਕੜਿਆਂ ਤੇ ਇੱਕ ਤੇ ਲਿਖਿਆ ਮਰਨਾ ਸੱਚ ਦੂਸਰੇ ਪਾਸੇ ਲਿਖ ਦਿੱਤਾ ਜਾਉਣਾ ਝੂਠ ਆ ਲੈ ਜਾ ਲਿਆ ਕੇ ਸੌਦਾ ਕਿੰਨਾ ਇੱਕ ਹੀ ਸੀ ਕਾਗਜ਼ ਤੇ ਲਿਖਿਆ ਹਜ਼ੂਰ ਨੇ ਪੜਿਆ ਮਰਦਾਨਿਆ ਜਿਹਨੇ ਲਿਖਿਆ ਨਾ ਤੈਨੂੰ ਦੇ ਦਿੱਤਾ ਉਹਨੂੰ ਹੁਣ ਬੁਲਾ ਹੀ ਲਿਆ ਤੂੰ ਇਧਰ ਫਕੀਰ ਬੈਠਾ ਉਹਦੇ ਮਰੀਦ ਬੈਠੇ ਨੇ ਚੇਲੇ ਔਰ ਉਹ ਉਲਾਂਭਾ ਦਿੰਦਾ ਬੜਾ ਕ੍ਰੋਧਿਤ ਹੋਇਆ ਹੋਇਆ ਵੀ ਮੇਰਾ ਤੁਸੀਂ ਸ਼ਿਲਾ ਤੋੜ ਕਿਉਂ ਦਿੱਤਾ ਮੈਂ ਤਾਂ ਐਡੀ ਅਜ਼ਮਤੀ ਕਰਾਮਾਤੀ ਸ਼ਕਤੀ ਦਾ ਇੱਕ ਮਾਲਕ ਬਣ ਜਾਣਾ ਸੀ ਸਾਰੇ ਸ਼ਹਿਰ ਨੂੰ ਗਰ ਕੇ ਮੇਰੇ ਤੋਂ ਤਾਂ ਦੁਨੀਆ ਹੀ ਥਰ ਥਰ ਕੰਬਿਆ ਕਰਦੀ ਪਰ ਧੰਨ ਗੁਰੂ ਨਾਨਕ ਸਾਹਿਬ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਪਰਮੇਸ਼ਰ ਦੀ ਸਤਪੁਰਖਾਂ ਦੀ ਗੁਰੂਆਂ ਦੀ ਰੀਸ ਨਹੀਂ ਕਰਨੀ ਉਹ ਮਾਲਕ ਹੈ ਦਾਤੇ ਦਾਤ ਰੱਖੀ ਇਹ ਤਾਂ ਬਚਾਉਣ ਵਾਲੇ ਉਹੀ ਨੇ ਸਮਰੱਥ ਕੀ ਨਹੀਂ ਉਹ ਜਾਣਦੇ ਆ ਕਿਉਂ ਗਏ ਸੀ ਮੇਰੇ ਇੱਕ ਝਲਕ ਮਾਤਰ ਸੰਤ ਮਹਾਰਾਜ ਦਾ ਹੋਰ ਜੀਵਨ
ਕੇ ਜਿੱਥੇ ਭਾਗ ਭਰੀ ਮਾਂ ਦਾ ਕੱਲ ਥੋੜਾ ਜਿਹਾ ਮੈਂ ਜਿਵੇਂ ਮਾਤਾ ਸਵਰਾਈ ਦਾ ਜੀਵਨ ਆਉਂਦਾ ਸੀ ਗੁਰੂ ਅੰਗਦ ਦੇਵ ਜੀ ਦੇ ਨਾਲ, ਮਹਾਰਾਜ ਛਾਉਣੀ ਘਾਟ ਬੈਠੇ, ਬਾਹਰ ਇਕਾਂਤ ਫੌਜੀਆਂ ਵਿੱਚ ਚਲੇ ਗਏ, ਇਕਾਂਤ ਬੈਠੇ ਸਿਮਰਨ ਕਰਦੇ ਆ। ਝਲਕ ਨਜ਼ਰ ਆਈ ਕਿਸੇ ਸਮੇਂ ਦੀ, ਸਰਦਾਰ ਵਜੀਰ ਸਿੰਘ ਨੇ ਜੋ ਭਾਗ ਭਰੀ ਮਾਤਾ ਜੀ ਦੇ ਸ੍ਰੇਸ਼ਟ ਸਦਾ ਸੁਹਾਗ ਜੀਵਨ ਵਾ ਆਨੰਦ ਮਿਲਿਆ ਹੋਇਆ ਸੀ ਪਤੀ ਦੇ, ਕਦੇ ਮਹਾਰਾਜ ਤੋਂ ਇੱਕ ਪਰਨ ਲਿਆ ਸੀ, ਇਹ ਸੱਚੇ ਪਾਤਸ਼ਾਹ ਜਿਸ ਦਿਨ ਮੈਂ ਸਰੀਰ ਛੱਡਾਂ ਤੁਸੀਂ ਮੇਰੇ ਕੋਲ ਹੋਇਓ। ਸੰਤ ਮਹਾਰਾਜ ਸੰਤ ਅਤਰ ਸਿੰਘ ਜੀ ਹਨ, ਉਹ ਚੰਗੇ ਭਲੇ ਸੀ, ਮਹਾਰਾਜ ਨੂੰ ਜਾਣੀ ਜਾਣ। ਝਲਕ ਆ ਗਈ, ਉੱਥੋਂ ਹੀ ਉੱਠੇ ਚੱਲ ਪਏ। ਗੱਲ ਕੀ? ਪੋਠੋਹਾਰ ਗੁਜਰਾਂ ਵਾਲੇ ਘਰ ਹੀ ਆ ਕੇ ਐ ਸਤਨਾਮ ਕਹਿ ਦਿੱਤਾ ਦਰਵਾਜੇ ਬੋਲੇ ਪਹਿਲਾਂ ਇੱਕ ਬਾਲਕ ਚੜਾਈ ਕਰ ਗਿਆ, ਉਹ ਵੀ ਹੱਥੀਂ ਤੋਰਿਆ ਮਹਾਰਾਜ ਨੇ ਜਾਂ ਤਪ ਕਰਦੇ ਸੀ। ਇਹ ਕੀ ਕਾਰਨ ਹੈ? ਮਹਾਰਾਜ ਅੱਜ ਕਹਿੰਦੇ ਭਾਈ ਵੀ ਖੇਡ ਹੈ, ਕੋਈ ਅਜੇ ਦੱਸਣ। ਬਿਲਕੁਲ ਉਹ ਚੰਗੇ ਤੁਰਦੇ ਫਿਰਦੇ, ਕੋਈ ਲੈਣਾ ਨਾ ਦੇਣਾ। ਸ਼ਾਮ ਪਈ, ਮਹਾਰਾਜ ਦਾ ਆਸਣ ਲੱਗਿਆ, ਥੋੜਾ ਥੋੜਾ ਦਰਦ ਸੂਲ ਹੋਣਾ ਸ਼ੁਰੂ ਹੋ ਗਿਆ ਸਰਦਾਰ ਵਜੀਰ ਸਿੰਘ ਦੇ। तो फिर कुछ समा महाराज दर्द है, हजूर ने माता भागवरी सच्चे पातशाह पति देव जी थोड़े सेवक दे दर्द होना शुरू हो गया। कोई डॉक्टर वैद महाराज कहते हुण इत्थे दवाई बूटियां कोई नहीं वरतनी, असी नाम सुनाई जाते। महाराज तुसी सुनाई जाते हो, कारण की है? कहते कारण वास्ते ही आए हैं। महाराज कोल बैठ गए, अमृत का वेला हो रहा, वो दू तंग होई जा रहे ने सरदार वजीर सिंह। हजूर ने अमृत वेले इशनान करने वास्ते एकांत जिथे अगे तप करते हैं उस अंदर आनंद जो वरतदा नदी के किनारे एक पासे जिथे आप फुलाइयां झड़ी पई है, पहाड़ी इलाका भी है, बैठ के इशनान करके बैठ गए। सरदार बड़ा तंग हो गया, पिछों नौकर भेजिया माता जी ने भी सरदार जी तो बहुत तंग है। संत महाराज बाहर चले गए, इन्हों का सुभाव है, ये तो रब्बी रूप ने, पता नहीं कदे किधरे लंघ जाते हैं, किहड़ा किसी को दसदे ने, कदे किधरे लंघे ना जान, कितनी देख के भी तकलीफ है। महाराज के कोल जा गए, संत महाराज समाधि लाई अपने आनंद में इशनान करने तो बाद बैठे सिमरन करते। प्रेमी कहना महाराज सेवक तुहाडा बहुत तंग है। महाराज कहते कोई नहीं, अजे चलो तुसी असी अपना नितनेम कर लीए। कहते जी बहुत तंग है, वो तो बस सिरे ही लग्या पे। हजूर ने फिर कहा भाई अजे वदियां 4 घड़ियां रहिंदियां ने, देखो पहले ही अंतरजामी, असी थोड़ा जा 2 घड़ियां ला लीए होर फिर आ जाने। बस आ गए। संत महाराज ने फिर पहले ही आके अपने गोडे इत्थे चरना इत्थे नेड़े ला लिया उन्होंने। महाराज मैनू गोदी च जिसदा तू रखवाला, बई सहाई ने संत सहाई जी के भव जल तारण हार, सब ते ऊंचे जानिए नानक नाम। संत सहाई जी बांधे, संत सहाई जी बांधे, संत सहाई जी बांधे, संत सहाई जी बांधे, पाव जल तारण हार, साधु पाव जल तारण हार, संत सहाई जी बांधे, संत सहाई जी बांधे, अपने सेवकों वास्ते महाराज ने एन बिल्कुल गोडियां ते पा लिया। भाई वजीर सिंह तेरे नाम दा असी नाम जपी जाने,
तेरे जम नेड़े नहीं आउण देंगे, तैनू गुरु नानक दी पुरी विच सिद्धा लैके जावांगे। बैरागमई शब्द आनंद है। हजूर राखे ने जिसका ना ही को यहाँ, जिहदा कोई नहीं इत्थे, तिसका प्रभ सो यहाँ। परमेश्वर है, महापुरख ने। एक चोर बड़िया साखियां महाराज दी आउंदियां, डाकू मगर पै जिवें आले दे पए सियाला राय महाराजा दे। फिर राज मिलिया किथे धूणे ते दादा गुरदेव बाबा भीरमदास उस वेले धूणे ते बैठे सी। महाराज दी तारना सी, भाई जिहदा होवे ना जगत विच कोई, संत महाराज तारना वो भज के मगर पुलिस लगी हुई है। संत मां बहादुर सिंह महाराज दी चरनां च डाकू भी चोरां त्यों चाहुंदी आउंदी है कथा, मगर पुलिस है। महाराज धारना पढ़ते ने, जिहदा होवे ना जगत विच कोई, साधुआं दे लड़ लग जे। प्यार दे नाल वो भज के आ डिगया। महाराज कहंदे बैठ जा, उन्हां नूं हत्थ कर दिता। हुण ना नेड़े आयो हत्थ कड़ियां लाउण वाले, हुण ये साडा हो गया। ये कई दफा संत विसाखा सिंह पंथ हीरा रतन किशनपुरे कला वाले आओ धारना पढ़ते हुंदे महाराज नूं याद करके, बई जिहदा होवे ना जगत विच कोई, होवे ना जगत विच कोई, जिहदा होवे ना जगत विच कोई, होवे ना जगत विच कोई, ਉੱਥੇ ਪ੍ਰੇਮੀ मैं कई दफ़ा बचन प्यार दे संगतां नूं, एक दफ़ा दीवान विच भी क्यों पढ़ते, एक तो संत महाराज दी उन्होंने सुनाई, एक दफ़ा संत महाराज मगर सिंह दी। खुद उन्होंने चरणों विच ही एक प्रेमी बड़ी देर का जिक्र है, हुण तो चढ़ाई कर गया। संत मस्सा सिंह होंदे, किशनपुरा पिंडरां एक पासे रह गई, दक्षिण दिशा वाल कोने ते, ये उत्तर वाल ऐ फिर पछों और इंदगाड़ा पिंड उतों दे सी। इधर सिहौड़ा नगर साहब वास्ते मैं बोल रहा, अपने जमादार जंगीर सिंह नाल और ज्ञानी प्रताप सिंह सिहौड़े वाले वो चढ़ाई कर चुके ने, हुण तो दोनों ही होर भी फौजी सिंह ये उन्हां नाल उदों महाराजा पटियाला दे रसाले विच सन सर्विस करते। सिद्धा भी सब दे फिर ख्याल च भावें सुने लिया, दलवारा सिंह छन्ना वाला डाकू बनिया जिहड़ा, उन्हां नाल 8 सज्जन भजे, 8 रफल लैके पटियाले तो। उन्हां विचों एक सी इंदगढ़ वाले भाई मस्सा सिंह। उन्होंने याद करना मेरे नाल बहुत प्यार रहा। बाद विच कहते मेरा 19 साल तो बाद मैनू गोली का हुक्म हो गया। 20वां साल होंदा उदों, जिहड़ा 20 कट जे हुण फिर सरकार कुछ नहीं सी कहती डाकू नूं भी। उदों कहते आखिर मैं एक दिन महाराज संत विसाखा सिंह के चरनां च आ डिगया। पुलिस मेरे मगर, महापुरुषां ने गोद च ले लिया। एक चोला लटकदा सी, कहंदे उन्हां दा रस्सी ते, कहंदे आ पा लै, पा लिया। कहंदा मारा आपदा बना लो। बा बना लिया। कहंदे हुण तेरे जम नेड़े नहीं आउणे, लोक ना परलोक दे, ना है लोक दे ना परलोक दे। पुलिस खड़ीए रह गई। कहंदे हुण महाराज मैनू बना लो। कहंदे संते बंदे बन गया, हुण आ ना छड्डी, सिੱਖੀ ਲੈ ਲਈ। ਅੰਮ੍ਰਿਤਾ कहना मैं रसाले च भी छकिया सी, फौज च महाराज दे चोला ਉਹੀ दस्तारा। पुलिस आई, कहते जाओ लंगर की सेवा करी, डट के करी। 12 साल करता रहा। बाद विच इतिहास वेले बड़ा मेरे नाल ਉਹਦਾ साथ रहा। बाहर दीवाना च बड़ा भरमा शरीर, सियाने बजुर्गों च भरमे शरीर। और कहते महाराज कहते हुण मुड़ के पिंड ना जाई। कहते महाराज जे लै जाओ,
ਕਹਿੰਦੇ ਗੁਰਦੁਆਰੇ ਸਾਹਿਬੇ ਜਾਈ, ਜੇ ਘਰ ਗਿਆ ਫਿਰ ਪੁਲਿਸ ਫੜ ਲਿਆ ਕਰੂਗੀ। ਨਸੀਹਤ ਵੀ ਦੇ ਦਿੱਤੀ। ਇਹ ਉਹਦਾ ਮੇਰੇ ਹੁੰਦਿਆਂ ਤੱਕ ਇਹੀ ਰਿਹਾ। ਜੇ ਕਦੀ ਆਪਣੀ ਬਜ਼ੁਰਗ ਮਾਤਾ ਨੂੰ ਉਹ ਮਿਲਣ ਵੀ ਗਏ, ਉਦੋਂ ਹੀ ਪੁਲਿਸ ਉਦਾਲੀ। ਇੱਕ ਦਿਨ ਮਗਰੇ ਆਏ, ਆ ਕੇ ਜੱਗ ਚੱਕ ਲਿਆ ਲੰਗਰ ਵਿੱਚ ਚਾਹ ਦੇ ਰੂਪ ਵਿੱਚ। ਉੱਥੇ ਚਾਹ ਤਾਂ ਪਾਉਂਦੇ ਨਹੀਂ ਸੀ, ਦੂਸਰੀ ਗਰਮ ਪਾਣੀ ਕਹਿ ਦਿਓ, ਲੈਚੇ ਲੂਚੀਆਂ ਪੈਪ ਛਕਾਉਂਦੇ ਨੇ। SP ਸਾਹਿਬ ਪੁਲਿਸ ਇੱਕ ਪਾਸੇ, ਸਿਵਲ ਵਿੱਚ ਆ ਕੇ ਪੰਗਤ ਦੇ ਬੈਠ ਗਏ। ਪੰਗਤ ਦੇ ਵਿੱਚ ਛਕਾਉਣ ਦੇ ਐ ਚੱਕੋ ਛਕੋ, ਫਿਰ ਪ੍ਰਸ਼ਾਦਾ। SP ਸਾਹਿਬ ਪੁੱਛ ਰਹੇ ਹੈ, ਭਾਈ ਮੱਸਾ ਸਿੰਘ ਇੱਥੇ ਹੀ ਹੈ? ਮੱਸਾ ਸਿੰਘ ਜਿਹੜਾ ਭਗੌੜਾ ਸੀ। ਕੀ ਆਵਾਜ਼ ਆਈ ਮੂਹਰਿਓਂ? ਜਵਾਬ, ਕਹਿੰਦੇ ਮੱਸਾ ਸਿੰਘ ਤਾਂ ਮਰ ਗਿਆ। ਤਾਂ ਸੰਤ ਮੱਸਾ ਸਿੰਘ ਹੈ ਹੁਣ ਤਾਂ, ਸੰਤ ਵਿਸਾਖਾ ਸਿੰਘ ਦਾ ਬਖਸ਼। ਉਹ SP ਸਾਹਿਬ ਕੀ ਕਹਿੰਦੇ? ਕਹਿੰਦਾ ਮੈਂ ਜਾਣਦਾ, ਪਤਾ ਹੈ ਸਭ ਕੁਛ, ਮੇਰੇ ਕੋਲ ਤੇਰੀਆਂ ਫੋਟੋਆਂ ਵੀ ਨੇ, ਪਰ ਹੁਣ ਮੈਂ ਇੱਕੋ ਹੀ ਕਹਿ ਰਿਹਾ, ਹੁਣ ਤੂੰ ਸੰਤ ਬਣ ਕੇ ਹੀ ਰਹੀ। ਜਾਂ ਤੈਨੂੰ ਕੋਈ ਕੁਛ ਨਹੀਂ ਨੇੜੇ ਆਊ। ਅੱਜ ਤੋਂ ਸਭ ਪੁਲਿਸਾਂ ਬੰਦ ਹੋ ਗਈਆਂ। ਮਹਾਰਾਜ ਦਾ ਬਚਨ ਭਾਈ, ਜਿਹਦਾ ਹੋਵੇ ਨਾ ਜਗਤ ਵਿੱਚ ਕੋਈ, ਉੱਥੋਂ ਉਹਨਾਂ ਨੂੰ ਉਹਨੇ ਤਾਹਾਂ ਮਾਰਨ ਲੱਗ ਜਾਣੀਆਂ, ਖੜੇ ਨਹੀਂ। ਉਹਦੇ ਕੋਲ ਦੁਤਾਰਾ ਖੰਡਾ ਹੁੰਦਾ, ਮਹਾਰਾਜ ਦਾ ਗੜਵਾ ਵੀ ਫੜਿਆ, ਬਬਰ ਸ਼ੇਰ ਸ਼ਰੀਫ, ਬਸ। ਜਾਂ ਮਹਾਰਾਜ ਨੇ ਧਾਰਨਾ ਕਦੇ ਕਦੇ ਪੜ੍ਹਨੀ, ਉਹਨੇ ਤਾਹਾਂ ਮਾਰਨੀਆਂ, ਮਹਾਰਾਜ ਇਹ ਤਾਂ ਮੇਰੇ ਤੇ ਹੀ ਲਿਆ ਦਿੱਤੀ, ਤੁਸੀਂ ਗੱਲ ਕਹਿ ਦੇਣਾ ਬਈ ਜਿਹਦਾ ਹੋਵੇ ਨਾ ਜਗਤ ਵਿੱਚ ਕੋਈ, ਹੋਵੇ ਨਾ ਜਗਤ ਵਿੱਚ ਕੋਈ। ਜਿਹਦਾ ਹੋਵੇ ਨਾ ਜਗਤ ਵਿੱਚ ਕੋਈ, ਜਿਹਦਾ ਹੋਵੇ ਨਾ ਜਗਤ ਵਿੱਚ ਕੋਈ। बड़े प्यार नाल महापुरुषा ने साथ जिसके सिर ऊपर तो संत सहाई जी के बड़े परमाने। महाराज साधु लोग क्यों नानक कचड़िया से तोड़ टूण सजन संत पक्या होए जी बंदे बिछड़े को मोया ना जाई छो। महापुरुष तो दरगाह विच भी जाके वकीला वांगू गुरु हामी भरदे ने, हामी जज रब तो धर्मराज तो छुड़ा लेंदे ने। ये मेरा है सेवक महाराज दी और साखी जड़ी चलती सी अजे कुछ मैं वो थोड़ा सा भी महाराज वजीर सिंह 2 घड़ियां बीतियां, सचखंड चलिया गया। महाराज ने फिर खुद स्नान आप करवाया, पूरा पोशाका पहनाया, अर्थी तैयार हो गई, सब शहर आ गया। क्योंकि संत महाराज जी इस परिवार ने सब तो वध सेवा की सी। माता भाग परी का जीवन और उन्होंने स्वरूप फोटो विच लग्या, महाराज के जीवन दे विच लग्या वो माता का। तानो बुजुर्ग सरदार वजीर सिंह खुद जब तैयारी हुई, अरदास संत महाराज ने आप की, और चौथे बाबा समझो मोढा एक अर्थी नूं आप लाया संत महाराज ने खुद। और रब जी नूं आप मोढे ते चुक के ले जावे, वो क्यों ना सीधा बैकुंठा नूं जावे। पढ़ लो जीवन। महाराज ने खुद संस्कार करा के कीर्तन 16 पाठ शुरू कराए, 5 अलहदा कराए। 17वें दिन दस्तारा नहीं पाया, 17 दिन पाठ आप किए, 5 अलहदा करा के फिर उन्होंने पुत्र हीरा सिंह नूं पग दी रस्म करके कहते भाई माता जी ने भी कहा इनू साडा ही स्वरूप समझना है। अज तक कहा नहीं किसी ने। कितने साधु महाराज दे पढ़ लो जीवन, बड़िया दाता महाराज ने बख्शियां। बहुत साधुआं ने यह नहीं कहा इनू मेरा स्वरूप समझना है भाई, ये बच्चा नहीं, ये सियाणियां च है, इनू असीं गुरु नानक दी पुरी चों आप ही लेके आया। महाराज कहते एडियां सेवक का हुए सेवक वारता कर कर बिन्यों बुलाई।
ਉਹ ਦਾਸਾਂ ਦੇ ਦਾਸ ਰਹੇ। ਅੱਜ ਉਹਨਾਂ ਦਾ ਸਤਿਕਾਰ ਜਸ ਕਿੱਥੇ ਹੋ ਰਿਹਾ ਹੈ? ਸੱਚਖੰਡ ਦਰਗਾਹ ਵਿੱਚ ਹੋ ਰਿਹਾ ਹੈ। ਸੰਤ ਸਹਾਈ ਜੀ, ਆਓ ਅੱਗੇ ਜੋ ਚੱਲ ਰਿਹਾ ਸੀ ਪ੍ਰਕਰਨ ਹਮਜਾ ਗੌਸ ਤੇ ਉਧਰ ਮੂਲਾ ਆ ਗਿਆ। ਆ ਤੈਂ ਦਿੱਤਾ ਸਾਹਮਣੇ ਬਿਠਾ ਰਿਹਾ। ਹਮਜਾ ਗੌਸ ਦਾ ਮਾਣ ਤੋੜਦੇ ਆ ਮਹਾਰਾਜ, ਲੈ ਤੇਰਾ ਕੱਖ ਨਹੀਂ ਕੀਤਾ ਬਣਦਾ, ਅਜੇ ਤੂੰ ਬਚ ਗਿਆ। ਜਿਹਨੇ ਆ ਫਾੜ ਦਿੱਤਾ ਮਟ ਕਿ ਤੇਰੇ ਤੇ ਸੁੱਟ ਨਹੀਂ ਸੀ ਸਕਦਾ। ਤੇਰਾ ਜੇ ਹੰਕਾਰ ਢਹਿਲਾ ਨਹੀਂ ਹੋਇਆ, ਬੁਰਜ ਢਿਆ ਨਹੀਂ ਤੇਰਾ। ਜਿੱਥੇ ਬੈਠਾ ਸੀ ਤੂੰ ਬੁਰਜ ਵਿੱਚ, ਉਹ ਦਫਾੜ ਜਿਹਨੇ ਕੀਤਾ। ਆ ਦੇਖ ਇਹਨਾਂ ਦਾ, ਆ ਪੜ੍ਹੀ ਜਰਾ ਕੀ ਲਿਖਿਆ। ਆ ਪੜ੍ਹ ਤਾਂ ਸਹੀ ਨਾ, ਕੀ ਪੜ੍ਹਿਆ? ਮਰਨਾ ਸੱਚ, ਜਿਉਣਾ ਝੂਠ। ਜਿਹੜੇ ਮਰਨੇ ਨੂੰ ਜਾਣਦੇ ਨੇ ਉਹਨਾਂ ਨੂੰ ਤੂੰ ਕੀ ਮਾਰ ਕੇ ਕਰੇਗਾ? ਜਿਨ੍ਹਾਂ ਨੇ ਜਾਣ ਲਿਆ ਮਰਨਾ, ਕਹਿੰਦਾ ਜੀ ਇਹ ਕਹਿੰਦੇ ਹੀ ਨੇ, ਫੇਰ ਨਹੀਂ ਹਟੇ, ਅਜੇ ਟਲਿਆ ਨਹੀਂ ਹੈ। ਕਹਿੰਦੇ ਆ ਚੱਲਿਆ ਤਾਂ ਤੂੰ ਸਾਡੇ ਨਾਲ, ਨਹੀਂ ਇਹ ਚੱਲਦਾ ਘਰ-ਬਾਰ ਛੱਡ ਕੇ। 12 ਸਾਲ ਮਹਾਰਾਜ ਨਾਲ ਮੂਲਾ ਖੱਤਰੀ ਉਦੋਂ ਹੀ ਤੁਰ ਪਿਆ। ਕਹਿੰਦਾ ਲਓ ਮਹਾਰਾਜ ਇਹ ਜੱਗ ਫਾਨੀ ਹੈ। ਕਹਿੰਦੇ ਤੂੰ ਇਹਨਾਂ ਦਾ ਕੀ ਵਿਗਾੜ ਲੇਗਾ? ਸਤਿਗੁਰ ਸਭਨਾਂ ਦਾ ਭਲਾ ਬਣਾਏਗਾ। ਮਾਣ ਤੋੜਿਆ, ਲੈ ਬੈਠੀ ਜਾ ਚਲੀਸਿਆਂ, ਜੇ ਤੂੰ ਬੁਰਾ ਚਿਤ ਕੇ ਬੈਠਦਾ ਕਰਦਾ ਹੈ, ਅਜੇ ਤਾਂ ਮਟੇ ਫਟਿਆ। ਜੇ ਅੱਗੇ ਵਾਸਤੇ ਬੈਠੇ ਤੇਰੇ ਤੇ ਉਹੀ ਗਿਰ ਜੂ, ਤੂੰ ਉਹੀ ਤੁਰ ਜਾਏਗਾ, ਨਾਪਾਕ ਹੋ ਕੇ ਮਰ ਜਾਵੇਂਗਾ। ਫਿਰ ਉਹਦਾ ਹੰਕਾਰ ਦਾ ਬੁਰਜ ਢਹਿ ਗਿਆ। ਐ ਬਾਬਾ ਨਾਨਕ ਆਇੰਦਾ ਵਾਸਤੇ ਮੈਂ ਐਸਾ ਬੁਰਾ ਕਰਮ ਨਾ ਕਰੂੰਗਾ। ਇਹ ਹੈ ਸਤਿਗੁਰੂ ਦੀ ਵਡਿਆਈ, ਜਿਸ ਵਿੱਚ ਆਪ ਹੁਣ ਕੀ ਆਪਦੇ ਸੇਵਕਾਂ ਦੀ ਲਾਜ ਪੈ। ਕੱਲ੍ਹ ਸੀ ਮਰਦਾਨਾ ਫੜ ਲਿਆ, ਬੰਨ੍ਹ ਲਿਆ। ਹੁਣ ਮੈਂ ਕਿਉਂਕਿ ਸਮਾਂ ਨੇੜੇ ਲੱਗਿਆ ਔਰ ਸੰਗਤਾਂ ਦਾ ਜਿਹੜਾ ਆਨੰਦ ਹੈ ਕੁਛ ਔਰ ਹੀ ਹੈ। ਕਿਸੇ ਆਨੰਦ ਵਿੱਚ ਬੈਠੇ ਹੋ, ਇਹ ਵੀ ਰੋਜ਼ ਨਹੀਂ ਆਨੰਦ ਮਿਲਦੇ, ਇਹ ਵੀ ਰੋਜ਼ ਨਹੀਂ ਮਿਲਦੇ ਹੁੰਦੇ। ਭਾਗਾਂ ਵਾਲਿਆਂ ਨੂੰ ਮਿਲਦੇ ਨਹੀਂ। ਚੌਧਰੀ ਸਾਹਿਬ ਹੀ ਬੋਲ ਗਏ, ਇਹ ਕਿਸੇ ਹੋਰ ਕੰਮ ਮੇਰੇ ਕੋਲ ਤੁਰਦੇ ਆਏ। ਮੈਂ ਕਿਹਾ ਬਹਿ ਜਾ ਗੱਡੀ 'ਚ, ਅੱਜ ਤੈਨੂੰ ਨਾਮ ਵੇੜੀ ਸੰਤ ਮਿਲਾ, ਪਾਰ ਲੰਘਾਵਣ ਖਾਮ ਖਾ। ਆ ਤੈਨੂੰ ਖਾਮ ਖਾ ਹੀ ਲੈ ਚੱਲੀ। ਆ ਦੀਵਾਨ ਕਾਹਦੇ ਨੇ? ਤਾਂ ਖਾਮ ਖਾ ਦੇ ਦੀਵਾਨ ਨੇ। ਇਹ ਵੀ ਵਿੱਚ ਹੀ ਇੱਕ ਰਮਜ਼ ਹੈ, ਤੋਏ ਤੁਝ ਨੂੰ ਤਾਲ ਦੀ ਖਬਰ ਨਹੀਂ ਸੀ। ਜਿਹੜੀ ਇਹ ਫਕਰਾਂ ਦੇ ਗਲਿਆਂ 'ਚ ਬੋਲਦੀ ਹੈ ਉਹ ਦੂਰ ਹੈ। ਪਰ ਮੈਂ ਹੁਣ ਬਾਬਾ ਨਾਨਕ ਸਾਹਿਬ ਆ ਚਲੀਏ ਭਾਈ ਬਾਲਿਆ ਨੇਤਰ ਬੰਦ, ਬਸ ਕੋਲੇ ਪਹੁੰਚ ਗਏ। ਮਰਦਾਨੇ ਨੂੰ ਚੌ ਚੜ ਗਿਆ, ਆ ਗਿਆ ਮੇਰਾ ਰਾਖਾ। ਜਿਸ ਦਾ ਤੂੰ ਰਖਵਾਲਾ ਮਾਰੇ ਤਿਸ ਕੌਣ। ਜਦੋਂ ਉਦੋਂ ਹੀ ਹਰਿਆਵਲ ਆ ਗਈ। ਪਰ ਹੁਣ ਕੌਡੇ ਰਾਖਸ਼ ਨੂੰ ਨਹੀਂ ਦਿਖਦੇ ਗੁਰੂ ਨਾਨਕ ਸਾਹਿਬ। ਕਿਉਂ ਮਰਦਾਨਿਆ? ਉਹ ਆਰਾਮ ਆਇਆ ਸਾਡੇ ਕੋਲੋਂ ਵਿਛੜ ਕੇ, ਆ ਬੰਨਿਆ ਬੈਠੇ। ਕਹਿੰਦਾ ਮਾਰੇ ਫਿਰ ਵੀ ਤੁਹਾਡਾ, ਮੈਂ ਤਾਂ ਜੀਵਾਂ ਵਾਲੀ ਗੱਲ ਤੁਸੀਂ ਉਹ ਕਰਾਉਂਦੇ ਹੋ, ਮੈਂ ਕੁਛ ਨਹੀਂ ਕਰਨ ਜੋਗਾ। ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨ। ਤੋਂ ਹੁਣ ਕਿੱਥੇ ਚਲਿਆ ਗਿਆ? ਬੰਨਿਆ ਬੈਠੇ ਨਾ, ਹੁਣ ਵੀ ਨਾ ਆਰਾਮ ਵਿੱਚ ਬੈਠੇ। ਕਹਿੰਦਾ ਮਾਰਾ ਬੈਠਾ। ਉਧਰ ਕੌਡਾ ਰਾਖਸ਼ ਚੁੱਕਣ ਦੀ ਤਿਆਰੀ ਕਰਦੇ, ਫੜ ਲਿਆ। ਭਾਈ ਬਾਲਾ ਜੀ ਕੋਲ ਬੈਠੇ ਨੇ। ਕਹਿੰਦੇ ਮਹਾਰਾਜ 11 ਕੋਹ ਤੋਂ ਆ ਵੀ ਗਏ, ਇਹ ਬੰਨਿਆ ਬੈਠਾ, ਇਹਦੇ ਪੈਰਾਂ 'ਚ ਬੇੜੀਆਂ ਸਰਸਿਆਂ ਨਾਲ ਬੰਨਿਆ ਪਿਆ, ਹੱਥ ਵੀ ਬੰਨੇ ਪਏ ਨੇ, ਨੇੜਿਆ ਪਿਆ, ਮੁਸ਼ਕਾਂ ਦਿੱਤੀਆਂ ਨੇ। ਕਿਆ ਜੇ ਕੋਲ ਵੀ ਆ ਗਏ ਇਹਨੇ ਤਾਂ ਕਹਿੰਦੇ ਉਹ ਦੇਖ ਕੜਾਹਾ ਉਬਲਦਾ ਕਿ ਨਾ ਭਾਈ ਵਾਲਿਆ। ਇਹ ਆਵਾਜ਼ ਵੀ ਇਹ ਰਿੱਧੀ ਸਿੱਧੀ ਹੈ। ਜਿਨ੍ਹਾਂ ਨੂੰ 18 ਸਿੱਧੀਆਂ 'ਚ ਅਣਮਾ ਮਣਮਾ ਲਗਮਾ ਮਹਿਮਾਣੀਆਂ ਗਿਣਤੀ ਤੋਂ ਬਾਹਰ ਹੋ ਜਾਣਾ, ਸਰੀਰ ਛੋਟਾ ਕਰ ਲੈਣਾ, ਵੱਡਾ ਕਰ ਲੈਣਾ, ਓਲੇ ਹੋ ਜਾਣਾ, ਆਵਾਜ਼ ਆਉਣੀ, ਲੁਕ ਜਾਣਾ, ਇਹ ਸਿੱਧੀਆਂ ਸ਼ਕਤੀਆਂ ਨੇ ਮਹਾਰਾਜ ਜਿਨ੍ਹਾਂ ਨੂੰ ਬਖਸ਼ ਦੇਣ ਫਿਰ ਫਕਰਾਂ ਫਕੀਰਾਂ ਨੂੰ। ਨਾਮ ਨਿਧੀ 18 ਸਿੱਧੀਆਂ ਦੀ ਤਾਕਤ ਹੈ। ਓਲੇ ਮਹਾਰਾਜ ਓਲੇ ਨੇ, ਬਚਨ ਕਰਦੇ ਨੇ, ਕੌਡੇ ਰਾਖਸ਼ ਨੂੰ ਸੁਣਦੇ ਨਹੀਂ ਹਨ। ਐਸੀ ਔਰ ਭਾਈ ਵਾਲਾ ਕਹਿੰਦਾ ਮਹਾਰਾਜ ਫਿਰ ਵਿਰਾਗ ਚਾਹੇ ਕੱਲ੍ਹ ਵਾਲਾ ਆਨੰਦ ਜਾਂ ਕੁਛ, ਮੈਂ ਇੱਧਰ ਨਹੀਂ ਆਉਂਦਾ ਹੁਣ ਵਾਲਾ ਬੈਰਾਗ 'ਚ। ਮਹਾਰਾਜ ਲੈ ਚਾਕੇ ਜੇ ਵਿੱਚ ਸੁੱਟਦਾ ਤਪਦੇ ਤੇਲ ਦੇ ਕੜਾਹੇ 'ਚ, ਇਹਦਾ ਤਾਂ ਕੱਖ ਨਹੀਂ ਬਚਣਾ। ਹੁਣ ਭੁੰਨਿਆ ਜਾਊਗਾ, ਇਹ ਤਾਂ ਹੁਣ ਭੁੰਨ ਦੂ। ਫਿਰ ਕੀਰਤਨ ਕੌਣ ਕਰਾਊਗਾ? ਰਬਾਬ ਕੌਣ ਵਜਾਊਗਾ? ਸੁਣਾ ਹੋ ਜੂ ਕੀਰਤਨ। ਮਹਾਰਾਜ ਕਹਿੰਦੇ ਨਹੀਂ, ਉਸ ਪਿਆਰੇ ਪਿਆਰ ਨਾਲ, ਤੈਨੂੰ ਅਜੇ ਤੱਕ ਭਾਈ ਵਾਲਿਆ ਪਤਾ ਨਹੀਂ ਲੱਗਿਆ। ਦੇਖ ਭਾਈ ਵਾਲੇ ਆਵੇ ਰੰਗ ਕਰਤਾਰ ਦੇ,
ਦੇਖ ਪਾਈ ਵਾਲਿਆ ਰੰਗ ਕਿਰਪਾਲ ਵੇ ਦੇਖ ਪਾਈ ਵਾਲਿਆ ਰੰਗ ਕਿਰਪਾਲ ਵੇ ਦੇਖ ਪਾਈ ਵਾਲਿਆ ਰੰਗ ਕਿਰਪਾਲ ਵੇ ਇਸ ਪਿਆਰ ਵਿੱਚ ਅਸੀਂ ਜੋ ਵੀ ਮਹਾਰਾਜ ਨੇ ਕਿਹਾ ਕੋਈ ਧੀਰਜ ਦੇ ਰਿਹਾ, ਕੁਛ ਨਹੀਂ ਇਹਦਾ ਵਿਗਾੜ ਸਕਦੇ। ਚੁੱਕ ਲਿਆ, ਚੁੱਕ ਕੇ ਐ ਬੰਨੇ ਬਣਾਏ ਨੂੰ ਐ ਸੁੱਟਣ ਲੱਗਿਆ ਜਦੋਂ ਭਾਈ ਬਾਲੇ ਦੀ ਧਾ ਪੈ ਗਈ। ਉਸ ਵੇਲੇ ਕਹਿੰਦੇ ਉਹ ਮਹਾਰਾਜ ਜੀ ਕਹੇ ਆਏ ਨਾ ਆਏ ਆਪਾਂ, ਕਾਰਨ ਕੀ ਆ ਚੱਕ ਕੇ ਬਸ ਸੁੱਟਣ ਦੇ। ਹਜ਼ੂਰ ਕਹਿਣ ਲੱਗੇ ਐ ਹੱਥ ਕਰ ਲਿਆ, ਪਤਾ ਨਹੀਂ ਉਹ ਮੇਰਾ ਪਰੇ ਹੱਥ ਵਿੱਚੋਂ ਕਿਹੜੀਆਂ ਸ਼ਕਤੀਆਂ ਵਰਤਾ ਦਿੱਤੀਆਂ। ਔਰ ਉਤੋਂ ਕੀ ਆਵਾਜ਼ ਬੜੇ ਪਿਆਰ ਨਾਲ ਇੱਕੋ ਹੀ ਸ਼ਬਦ ਬੋਲੇ ਨੇ, ਜਿਵੇਂ ਕੱਲ ਸੀ ਗੁਰ ਕਾ ਬਚਨ ਕਾਟੈ ਕੋਟ ਕਰੋ ਕਿਉਂ ਕਟੇ ਪਾਪ ਅਸੰਖ ਨਾਵੈ ਇੱਕ ਕਣੀ, ਅਥਵਾ ਗੁਰਮੁਖ ਕੋਟ ਉਧਾਰ ਦਾ ਕਰੋੜਾਂ ਦਾ ਉਧਾਰ। ਗੁਰਮੁਖ ਗੁਰੂ ਵੱਲ ਮੁਖ। ਤੀਸਰਾ ਗੁਰੂ ਵਰਗਾ ਹੀ ਜਪਦਿਆਂ ਜਪਦਿਆਂ ਗੁਰੂ ਵਰਗਾ ਹੀ ਜਿਨ੍ਹਾਂ ਦਾ ਮੁਖ ਹੋ ਗਿਆ ਹੈ। ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ ਨਿਚੋੜ। ਇਹ ਸਿੱਖਾ ਅਗਿਆਨੀ ਜਨ ਵੀ ਕਈ ਦਫਾ ਕੰਨਿਆ ਕਥਾ ਕਰ ਗਏ ਰਣਜੀਤ ਸਿੰਘ ਭਾਈ, ਜਿਹੜਾ ਇਹ ਬ੍ਰਹਮ ਗਿਆਨ ਹੈ, ਜਿਹੜਾ ਗੁਰੂ ਦਾ ਨਾਮ ਜਪੂ ਬਾਣੀ ਪੜ੍ਹਦਾ ਜਾਊ, ਉਹ ਬਾਣੀ ਦਾ ਹੀ ਰੂਪ ਹੋ ਜਾਊਗਾ, ਗੁਰੂ ਦਾ ਹੀ ਰੂਪ ਹੋ ਜਾਊਗਾ। ਸਿੱਖਾ ਬਾਣੀ ਐਸੀ ਪਿਆਰ ਨਾਲ ਪੜ੍ਹ ਤੇ ਸਤ ਸਰੂਪ ਗੁਰਬਾਣੀ ਬਣੀ ਹੈ। ਇਹਦਾ ਅਰਥ ਹੈ ਵੀ ਤੂੰ ਬਸ ਬਾਣੀ ਰੂਪ ਗੁਰੂ ਹੀ ਨਜ਼ਰ ਆਵੇਂ ਸੁਣਨ ਵਾਲਿਆਂ ਨੂੰ, ਐਸਾ ਪਿਆਰ ਦਾ ਸਬੂਤ ਦੇ। ਬਾਣੀ ਸਤ ਸਰੂਪ ਗੁਰਬਾਣੀ ਬਣੀ ਹੈ, ਇਹਦਾ ਅਰਥ ਅੱਧੀ ਪੰਕਤੀ ਤੂੰ ਐ ਨਜ਼ਰ ਆਵੇਂ ਦੇਖਣ ਵਾਲਿਆਂ ਨੂੰ, ਇਹ ਬੋਲਦਾ ਕੌਣ ਹੈ? ਬਸ ਗੁਰੂ ਹੀ ਐ ਸਮਝ ਆਵੇ ਵੀ ਗੁਰੂ ਬੋਲ ਰਿਹਾ ਹੈ। ਐਸਾ ਸਰੂਪ ਤੇਰਾ ਹੈ, ਬਣਾ ਲੈ ਬਣਾ ਲੈ ਬਣਾ ਲੈ। ਇਹ ਤੇਰਾ ਗੁਰਮੁਖ ਕੋਟ ਉਧਾਰ ਦਾ ਦੇ ਨਾਵ ਹੈ ਇੱਕ ਕਣੀ, ਇੱਕੋ ਇੱਕ ਕਣੀ ਵੇੜ ਬਹੁਤ ਹੈ। ਕਰੋੜਾਂ ਦਾ ਕੀਤਾ ਨਹੀਂ ਮਹਾਰਾਜਾ ਜਨਕ ਨੇ, 96 ਕਰੋੜ ਦਾ ਛੜਾਲੇ ਬੰਨੇ ਨਰਕਾਂ ਚੋਂ 96 ਕਰੋੜ ਸਨ। ਇੱਕ ਕੜੀ ਬਦਲੇ, ਇੱਕ ਕਣੀ ਕਰੋੜਾਂ ਨੂੰ। ਅਸੀਂ ਆਪਣੇ ਆਪ ਦਾ ਛੁਟਕਾਰਾ ਨਹੀਂ ਕਰਾ ਸਕਦੇ। ਜਿਹੜਾ ਆਪੇ ਕੈਦੀ ਹੋਵੇ ਉਹ ਬੰਨਿਆਂ ਨੂੰ ਕਿਵੇਂ ਛੁਡਾ ਲੂਗਾ? ਬੰਧਨ ਤੋੜੈ ਹੋਵੇ ਮੁਕਤ। ਇਹ ਸੁੱਖ, ਇਹਦੇ ਕਈ ਅਰਥ ਨੇ, ਇੱਕੋ ਹੀ ਬੜਾ ਇੱਥੇ। ਮਹਾਰਾਜ ਨੇ ਕਿਹਾ ਚੱਕ ਲਿਆ, ਹਾਂ ਇੱਕੋ ਹੀ ਸ਼ਬਦ ਕਿਹਾ। ਜਿੱਥੇ ਸ਼ਬਦ ਫਿਰ ਵਰਤਾਇਆ ਕੀ ਸੀ? ਸਤਨਾਮ, ਬਸ ਇੰਨਾ ਹੀ। ਉਦੋਂ ਕੀ ਹੋ ਗਿਆ? ਤਪਤ ਕੜਾਹ ਫੂਟੋ ਆਂਡਾ ਭਰਮਕਾ, ਆ ਸ਼ਬਦ ਉਚਾਰਿਆ ਪਿਆ। ਮਨੇ ਭਇਆ ਪ੍ਰਕਾਸ਼ ਕਾਟੀ ਬੇਰੀ ਪਗੈ ਤੇ ਪੈਰਾਂ ਦੀਆਂ ਬੇੜੀਆਂ ਐ ਨਜ਼ਰ ਨੇ ਮਰਦਾਨੇ ਦੀਆਂ ਕੱਟੀਆਂ ਗਈਆਂ, ਮੁਸ਼ਕਾਂ ਲੱਗੀਆਂ, ਕੱਟ ਦਿੱਤੀਆਂ ਮਹਾਰਾਜ ਨੇ। ਗੁਰ ਕੀ ਨੇ ਬੰਦ ਖਲਾਸ, ਬੰਦ ਖਲਾਸ। ਅੱਗੇ ਤਾਂ ਐ ਸੁੱਟਣ ਲੱਗਿਆ, ਤਪਤ ਕੜਾਹਾ ਬੁਝ ਗਿਆ। ਕਾਹਦੇ ਨਾਲ? ਗੁਰ ਸੀਤਲ ਨਾਮ ਦਿਓ। ਉਸ ਵਕਤ ਤਪਤ ਕੜਾਗਾ ਬੁਝੇ ਗਿਆ, ਤਪਤ ਕੜਾਗਾ ਬੁਝੇ ਗਿਆ। ਤਪਤ ਕੜਾਗਾ ਬੁਝੇ ਗਿਆ, ਤਪਤ ਕੜਾਗਾ ਬੁਝੇ ਗਿਆ। ਗੁਰ ਸੀਤਲ ਨਾਮ ਦਿਓ, ਤਪਤ ਕੜਾਗਾ ਬੁਝੇ ਗਿਆ।
ਤਬ ਤਕੜਾ ਗਾ ਬੁਝੇ ਗਿਆ ਗੁਰ ਤਬ ਤੱਕ ਕੜਾਹਾ ਬੁਝ ਗਿਆ। ਇਹ ਕਿੱਥੋਂ ਆਵਾਜ਼ ਆਈ ਸੀ? ਕੌਣ ਹੈ? ਕੌਡੇ ਰਾਖਸ਼ ਨੂੰ ਆਵਾਜ਼ ਸੁਣਦੀ ਹੈ। ਹੁਣ ਤਪ ਦਾ ਕੜਾਹਾ ਵੀ ਠੰਡਾ ਹੋ ਗਿਆ। ਵੀ ਮੇਰਾ ਤਪ ਦਾ ਕੜਾਹਾ ਕੀ ਨੇ ਠਾਰਤਾ। ਇੱਥੇ ਹੀ ਟਿਕਾ ਕੇ ਐਂ ਦੇਖਦਾ ਰਾਖਸ਼ ਹੈਰਾਨ ਹੋ ਗਿਆ। ਕੌਣ ਹੈ? ਅਰਦਾਸਾਂ ਕਰਦਾ ਮੈਂ ਇਹਨੂੰ ਕਰਾਂ ਕੀ। ਹਜ਼ੂਰ ਨੇ ਉਦੋਂ ਪ੍ਰਤੱਖ ਹੋ ਕੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਹੁਣ ਸੁੱਟ ਲੈ ਇਹਨੂੰ ਖੁਰਾਕ ਬਣਾ। ਤਾਂ ਜਦੋਂ ਦਰਸ਼ਨ ਦਿੱਤੇ ਚਰਨਾਂ ਤੇ ਟਹਿ ਪਿਆ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਇਸ ਦਾ ਬੁਰਾ ਕਿਉਂ ਹੋਏ। ਕੌਣ ਪਾਪੀ ਬੁਰਾ ਕਰ ਸਕਦਾ ਹੈ? ਤੋ ਮੈਂ ਮੂਰਖ ਨਾ ਜਾਣਾ ਸਤਿਗੁਰ ਭਲਾ ਹੀ ਕਰੇ। ਸਭ ਦਾ ਭਲਾ ਸਤਿਗੁਰੂ ਮਨਾਉਂਦੇ ਨੇ। ਸਾਡੇ ਅੰਦਰ ਜਦੋਂ ਐਸੀ ਕੋਈ ਥਾਂ ਬਣ ਜਾਊਗੀ ਅਸੀਂ ਭਲਾਈ ਵਿੱਚ ਤੁਰ ਪਾਂਗੇ। ਨਹੀਂ ਤਾਂ ਜਿਹਾ ਜਿਹਾ ਸਾਡਾ ਮਨ ਹੈ ਉਹੀਆਂ ਜਿਹਾ ਅਸੀਂ ਸੰਸਾਰ ਦੇ ਵੱਲ ਸਰਵ ਹਸਤੀਆਂ ਕੋਈ ਛੋਟੇ ਵੱਡੇ ਨੂੰ ਕਿਸੇ ਨੂੰ ਨਹੀਂ ਗਿਣਦੇ। ਰੱਬ ਤੱਕ ਵੀ ਮਾਫ ਨਹੀਂ ਕਰਦੇ। ਅਸੀਂ ਕਹਿ ਦਿੰਦੇ ਹਾਂ ਰੱਬਾ ਤਾਂ ਐਂ ਕਿਉਂ ਕੀਤਾ। ਰੱਬ ਨੂੰ ਵੀ ਉਲਾਂਭਾ ਐਂ ਦਿੰਦੇ ਹਾਂ ਜਿਵੇਂ ਉਹਦੇ ਭਰਾ ਲੱਗਦੇ ਹੁੰਦੇ ਆ। ਰੱਬ ਨੂੰ ਵੀ ਗੁਰੂ ਨੂੰ ਵੀ ਸਾਡੇ ਅੰਦਰ ਭਾਣਾ ਮੰਨਣ ਦਾ ਜੋ ਕਰਦਾ ਸਰਵ ਸ਼ਕਤੀਮਾਨ ਕਰਦਾ ਉਹ ਅਸੀਂ ਥਾਂ ਬਣਾਉਣਾ ਗੁਰੂਆਂ ਦੀਆਂ ਐਸੀਆਂ ਪਵਿੱਤਰ ਸੱਚੀਆਂ ਜੀਵਨੀਆਂ ਤੋਂ ਹੀ ਲਾਹਾ ਲੈ ਸਕਦੇ ਹਾਂ। ਲਓ ਸਮਾਂ ਨੇੜੇ ਲੱਗਿਆ ਔਰ ਪਿਆਰ ਨਾਲ ਗੁਰਸਤੋਤਰ ਕੱਲ੍ਹ ਦਾ ਸਮਾਂ ਫਿਰ ਇਸੇ ਸਮੇਂ ਨੂੰ ਆਪ ਜੀ ਨੇ 12 ਤੋਂ 4 ਦੇ ਅੰਦਰ ਆਨੰਦ ਮਾਣਨਾ ਹੈ। ਔਰ ਭਾਈ ਦਲਵਾਰਾ ਸਿੰਘ ਗਿੱਲ ਪ੍ਰਚਾਰਕ ਨੇ ਸਾਡੇ ਜਿਨ੍ਹਾਂ ਨੇ ਭਜਨ ਅੱਠ ਔਰ ਵਿਚੋਲੇ ਬਣ ਕੇ ਔਰ ਨਵਾਂ ਪਿੰਡ ਵੀ ਜਿਹੜੇ ਆ ਪ੍ਰੇਮੀ ਇਹੋ ਜਿਹੇ ਫੜੇ ਨੇ। ਮੈਂ ਕਿਹਾ ਪਤਾ ਨਹੀਂ ਕਿੱਥੋਂ ਨੱਥਾਂ ਪਾ ਲਈਆਂ ਇਹਨੇ। ਨਹੀਂ ਨਵਾਂ ਪਿੰਡ ਯਾਦ ਹੈ ਕੋਲੇ ਹੀ ਹੈ। ਮੂਹਰੇ ਨਾਲ ਲਾਏ ਇਹਨਾਂ ਦੇ ਉਹ ਸੀਦ ਦਾਲ ਨਵੇਂ ਹੀ ਨਵੇਂ ਹੋਰ ਖਿੱਚ ਲਿਆਂਦੇ। ਇਹ ਪਿੰਡਾਂ ਨੂੰ ਇਹ ਪਤਾ ਨਹੀਂ ਇਹਨੇ ਉਦੋਂ ਹੀ ਪਤਾ ਦਿੱਤਾ ਵੀ ਆ ਜਾਓ ਸੁਣ ਲਓ ਸੁਣ ਲਓ। ਧੰਨ ਭਾਗ ਪਾਈ ਆ ਨੰਬਰਦਾਰ ਸਾਹਿਬ ਵੀ ਕਿਤੇ ਮੰਡੀ 'ਚ ਬਿਠਾ ਲਏ। ਸਾਰਿਆਂ ਦੇ ਹੀ ਇਉਂ ਸਮਝੋ ਭਾਗ ਇਹੀ ਮਲੌਦ ਦਾ ਲਈ ਬੈਠੇ ਨੇ ਜਿਨ੍ਹਾਂ ਨੇ ਐਸੇ ਮਹਾਨ ਜੱਗ ਵਿੱਚ ਉਹ ਵੀ ਗਿੱਲ ਸਾਹਿਬ ਹੈ ਪਿਛਲੇ ਦਿਨੀ ਆਏ ਸੀ। ਇਹ ਨਹੀਂ ਪਤਾ ਕਿੱਥੇ ਪਰਮੇਸ਼ਰ ਵਰ ਜਾਂਦਾ ਹੈ। ਆ ਆਨੰਦ ਦੇਖ ਹੀ ਰਹੇ ਹੋ। ਲਓ ਹੁਣ ਗੁਰਸਤੋਤਰ ਵਿੱਚ ਆਪ ਤੋਂ ਸਾਥ ਮੰਗਦੇ ਹੋਏ ਪਿਆਰ ਨਾਲ ਅਗਲਾ ਕੱਲ੍ਹ ਦਾ ਪ੍ਰੋਗਰਾਮ ਭਾਈ ਦਲਵਾਰਾ ਸਿੰਘ ਹੋਣੀ ਕਿੰਨੇ ਨਗਰਾਂ ਨੂੰ ਹੋਰ ਸਾਥ ਬੜੇ ਪਿਆਰ ਦਾ ਹੀ ਆਪ ਹੀ ਦੇਖ ਰਹੇ ਹੋ। ਪਰਮੇਸ਼ਰ ਜਿੱਥੇ ਵਸ ਜਾਂਦਾ ਬਸ ਜਿਸ ਦੇ ਹੋਵੇ ਵੱਲ ਕਦੇ ਨਾ ਹਾਰਤਾ। ਜਿਸ ਦੇ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਜਿਹਦੇ ਪਰਮੇਸ਼ਰ ਵੱਲ ਹੈ ਉਹਦੇ ਸਾਰਾ ਜਗਤ ਹੀ ਵੱਲ ਹੈ। ਭਾਈ ਆਓ ਪਿਆਰ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਸ੍ਰੀ ਹਰਿਗੋਬਿੰਦ ਸਾਹਿਬ ਧਨ ਹੈ।
ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ ਧਨ ਹੈ ਤੇਗ ਬਹਾਦਰ ਸਾਹਿਬ ਧਨ ਹੈ ਧਨ ਹੈ ਗੋਬਿੰਦ ਸਿੰਘ ਸਾਹਿਬ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਗੁਰੂ ਪੰਥ ਖਾਲਸਾ ਧਨ ਹੈ ਧਨ ਹੈ ਸਾਧ ਸੰਗਤ ਸਭ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਦਰਗਾਹ ਚ ਭਾਵੇਂ ਮਾਣ ਪਿਆਰਿਆ ਤੂੰ ਤਾਂ ਦਰਗਾਹ ਚ ਭਾਵੇਂ ਮਾਣ ਪਿਆਰਿਆ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ ਬੋਲੋ। ਸਾਡੇ ਚੈਨਲ ਤੇ ਸੰਤ ਮਹਾਰਾਜ ਸਿਹਸਰ ਸਿਹੌੜਾ ਸਾਹਿਬ ਜੀ ਦੇ ਦੀਵਾਨ ਦੇਖਣ ਤੇ ਸਰਵਣ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਸਿੱਧੂ ਚੈਨਲ 27 ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।